आप मुक्त मोहे तारे, बेशुमार अथाह अगणित अतुल्य। ज्यों बुलावो त्यों नानक दास बोले, अगम अगोचर अगम अगोचर सच साहिब मेरा। नानक बोले बुलाया तेरो। नानक बोले बुलाया तेरा। परम सत्कार ते सम्मानयोग चवर छत्र तख्त दे मालक जुगो जुग अटल, सर्व सांझी वालता दे पैगंबर, दीन दुनिया दे राखे, मनुखता दे सांझे रहबर, गुरता गद्दी ते सुभायमान हल्त पलत के रखे। धन 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 साहिब श्री गुरु ग्रंथ साहिब जी महाराज साहिबां दी अपार किरपा बख्शिश रहमत दा सदका आपां सारिआं नूं धन 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 साहिब श्री गुरु रामदास महाराज जी दे पावन पवित्र प्रकाश गुरपुरब नूं समर्पित 6 रोज़ा महान गुरमुख समागमां दी बख्शिश होई सी। अज पंजवें दीवान दे विच आप जी हाज़रियां भरन लई आए हो, वडभागे हो। सतगुरां दी पावन पवित्र निੱਘੀ गोद दा आनंद माण रहे हो। आओ जिन्ना कुछ समां सतगुरु बख्शिश करनगे बहुत प्यार सत्कार अदब नाल धन धन साहिब श्री गुरु रामदास पातशाह जी दे दर घर दी वडियाई, सतगुरां दा पावन पवित्र जीवन गुरमत दी रोशनी विच आपां समझण ते विचारन दा यतन करिए। भावना दे नाल टिके सुनन दा यतन करियो। सचखंड श्री हरमंदर साहब ध्यान नाल सुरत करके गुरु रामदास पातशाह दे चरनां विच जिथे भी जगह मिलदी है सुरत करके बैठण दा यतन करो, तां कि असीं एक एक पल नूं माण सकीए, एक एक पल दा एहसास कर सकीए। तन मन धन करके साडी हाज़री गुरु रामदास पातशाह दे चरनां विच लग सके। बेअंत वडियाइयां ने उस गरीब नवाज़दाते दियां, लमेरा इतिहास है। तुरकी बाणी दे अंदर बेअंत बचन सतगुरु पातशाह जी ने आप अपने मुखारबिंद तो उचारे। भट्ट साहिबाना ने महाराज की उस्तत विच 60 सवैये उचारे। इतने महान ने धन गुरु रामदास पातशाह, पूरा संसार धन श्री गुरु रामदास पातशाह के गुण गा रहे। पूरे विश्व दे विच चाहे कोई किसी भी धर्म नाल संबंधित रखता है ते किते ना किते उहदे मन की इच्छा हुंदी है कि सचखंड श्री हरमंदर साहब को दर्शन करे। उत्थे गाहे बगाहे आपां जाने आ, देखदे आ किन्ने गैर सिख धर्मां दे जिहड़े लोग ने अपने परिवारां समेत बच्चियां समेत धन गुरु रामदास पातशाह दे चरण परसण वास्ते आउंदे ने।
ਇਹ ਉਸ ਵੱਡੇ ਦਾਤੇ ਦੀਆਂ ਵਡਿਆਈਆਂ ਨੇ। ਤਾਂ ਆਉਂਦੇ ਨੇ ਕਿਉਂਕਿ ਇਸ ਦਰ ਤੇ ਕੋਈ ਰੋਕ ਟੋਕ ਨਹੀਂ ਹੈ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ, ਕਬੀਰ ਜਿਹ ਦਰ ਆਵਤ ਜਾਤੇ ਹੋ, ਹਟ ਕੇ ਨਾ ਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿੱਥੇ ਹਰ ਇੱਕੋ ਨੂੰ ਇੱਕੋ ਜਿਹਾ ਪਿਆਰ ਸਤਿਕਾਰ ਮਾਣ ਮਿਲਦਾ ਹੋਵੇ, ਇੱਕੋ ਜਿਹੀ ਕੜਾਹ ਪ੍ਰਸ਼ਾਦ ਦੀ ਦੇਗ ਮਿਲਦੀ ਹੋਵੇ, ਇੱਕ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਉਣ ਲਈ ਸਮਾਂ ਮਿਲਦਾ ਹੋਵੇ, ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲਈ ਮਿਲਦਾ ਹੋਵੇ, ਉੱਥੇ ਹਰ ਕੋਈ ਆਉਣਾ ਆਪਣੇ ਚੰਗੇ ਭਾਗ ਸਮਝਦਾ। ਆਓ ਸਤਿਗੁਰਾਂ ਦੀਆਂ ਵਡਿਆਈਆਂ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟਾਂ ਨੇ ਜਿੱਥੇ ਬੇਅੰਤ ਬਚਨ ਮਹਾਰਾਜ ਦੀ ਉਸਤਤ ਵਿੱਚ ਉਚਾਰੇ ਨੇ, ਇੱਕ ਬਚਨ ਅਸੀਂ ਭੱਟ ਨਲ ਜੀ ਦਾ ਪੜ੍ਹਦੇ ਹਾਂ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ, ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ, ਗੁਰ ਅਮਰ ਗੁਰੂ ਸ਼੍ਰੀ ਸਤ ਕਲ ਜੁਗ ਰਾਖੀ ਪਤ, ਅਗਨ ਦੇਖਤ ਗੁਰ ਚਰਨ ਕੰਵਲ ਜਾਸ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਕੱਲ ਆਪ ਜੀਆਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਇਸ ਰਾਜ ਜੋਗ ਵਾਲੇ ਤਖਤ ਤੇ ਬੈਠਦਿਆਂ ਦਰਸ਼ਨ ਕੀਤੇ ਨੇ। ਗੁਰੂ ਅਮਰਦਾਸ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਜਦੋਂ ਬੌਲੀ ਦੀ ਸੇਵਾ ਚੱਲ ਰਹੀ ਹੈ, ਬਾਬਾ ਜੇਠਾ ਸਿਰ ਤੇ ਮਿੱਟੀ ਦੀ ਟੋਕਰੀ ਲੈ ਕੇ ਬਾਹਰ ਆ ਰਹੇ ਆ। ਮਹਾਰਾਜ 4 ਪੌੜੀਆਂ ਹਲੇ ਉਤਰੇ ਸਨ। ਗਰੀਬ ਨਵਾਜ ਦਾਤੇ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਜੀ, ਬਾਬੇ ਜੇਠੇ ਦੇ ਸਿਰ ਤੋਂ ਟੋਕਰੀ ਉਤਾਰੋ, ਇਹਦੇ ਸਿਰ ਤੋਂ ਟੋਕਰੀ ਉਤਾਰ ਦਿਓ, ਇਹਦੇ ਸਿਰ ਤੇ ਟੋਕਰੀ ਨਹੀਂ ਰੱਖਣੀ। ਬਾਬਾ ਬੁੱਢਾ ਸਾਹਿਬ ਨੇ ਕਿਹਾ, ਪਾਤਸ਼ਾਹ ਫਿਰ ਜੇ ਟੋਕਰੀ ਉਤਾਰਾਂਗੇ ਫਿਰ ਕੀ ਰੱਖੋਗੇ? ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਅੱਜ ਇਹਦੇ ਸਿਰ ਤੇ ਗੁਰੂ ਨਾਨਕ ਦਾ ਚਵਰ ਛਤਰ ਚਲਾ ਦੇਣਾ। ਅੱਜ ਇਹਦੇ ਸਿਰ ਤੇ ਟੋਕਰੀ ਨਹੀਂ, ਅੱਜ ਇਹਦੇ ਸਿਰ ਤੇ ਗੁਰੂ ਨਾਨਕ ਦਾ ਚਵਰ ਛਤਰ ਚਲਾ ਦੇਣਾ। ਔਰ ਸੇਵਾ ਕਰਦਿਆਂ ਨੂੰ ਤੱਕ ਕੇ ਮੈਂ ਕੱਲ ਬਾਤ ਪਾਈ ਸੀ ਕਿ ਬਾਬਾ ਜੇਠਾ ਅੱਧੀ ਰਾਤ ਤੱਕ ਵੀ ਖਿਲਰਿਆ ਸਮਾਨ ਸੰਭਾਲ ਰਿਹਾ। ਮਾਰੇ ਕਹਿੰਦੇ, ਜੇਠਿਆ ਤੂੰ ਆਰਾਮ ਨਹੀਂ ਕਰਦਾ, ਦਿਨੇ ਵੀ ਚੈਨ ਨਹੀਂ, ਰਾਤ ਨੂੰ ਵੀ ਚੈਨ ਨਹੀਂ, ਕੀ ਹੋਇਆ? ਬਾਬਾ ਜੇਠਾ ਕਹਿਣ ਲੱਗੇ, ਗੁਰੂ ਪਿਤਾ ਜੀ, ਮੈਂ ਇਸ ਘਰ ਦਾ ਮੈਂਬਰ ਹਾਂ, ਇਸ ਕਰਕੇ ਮੇਰੀ ਜ਼ਿੰਮੇਵਾਰੀ ਆ ਜਿਹੜਾ ਖਿਲਰਿਆ ਸਮਾਨ ਉਹਨੂੰ ਇਕੱਠਾ ਕਰਕੇ ਰੱਖਾਂ। ਪਾਤਸ਼ਾਹ ਕਹਿੰਦੇ, ਅੱਛਾ ਇਸ ਘਰ ਦਾ ਮੈਂਬਰ? ਕਹਿਣ ਲੱਗੇ ਹਾਂ। ਮਾਰੇ ਕਹਿੰਦੇ, ਠੀਕ ਹੈ, ਅੱਜ ਤੋਂ ਬਾਅਦ ਤੂੰ ਇਸ ਘਰ ਦਾ ਮੈਂਬਰ ਨਹੀਂ। ਬੜੇ ਹੈਰਾਨ ਹੋਏ। ਬਾਬਾ ਜੇਠਾ ਕਹਿਣ ਲੱਗੇ, ਪਾਤਸ਼ਾਹ ਮੈਂ ਤਾਂ ਘਰ ਦਾ ਮੈਂਬਰ ਆਪਣੇ ਆਪ ਨੂੰ ਸਮਝ ਕੇ ਇਹ ਸਾਰੀ ਸੇਵਾ ਕਰ ਰਿਹਾ, ਖਿਲਰਿਆ ਸਮਾਨ ਸੰਭਾਲ ਰਿਹਾ। ਰਾਜ ਮਿਸਤਰੀ ਸਮਾਨ ਉੱਥੇ ਹੀ ਛੱਡ ਗਏ, ਦਿਹਾੜੀਦਾਰ ਉੱਥੇ ਹੀ ਛੱਡ ਗਏ, ਸੰਗਤਾਂ ਸਮਾਨ ਉੱਥੇ ਛੱਡ ਗਈਆਂ, ਮੈਂ ਭਾਂਡੇ ਵੀ ਟਿਕਾ ਕੇ ਰੱਖੇ, ਮਿਸਤਰੀਆਂ ਦੇ ਔਜ਼ਾਰ ਸਮਾਨ ਟਿਕਾ ਕੇ ਰੱਖਿਆ। ਇਸ ਲਈ ਰੱਖਿਆ ਕਿਉਂਕਿ ਮੈਂ ਇਸ ਘਰ ਦਾ ਮੈਂਬਰ ਹਾਂ। ਮਾਰੇ ਕਹਿੰਦੇ, ਅੱਜ ਤੋਂ ਤੂੰ ਮੈਂਬਰ ਨਹੀਂ। ਪਾਤਸ਼ਾਹ ਤੁਸੀਂ ਮੈਨੂੰ ਆਪਣਾ ਦਮਾਦ ਬਣਾਇਆ, ਸਾਰਿਆਂ ਨੂੰ ਪਤਾ ਸਾਡਾ ਰਿਸ਼ਤਾ ਇੱਕ ਸਹੁਰੇ ਤੇ ਜਵਾਈ ਦਾ। ਮਾਰੇ ਕਹਿੰਦੇ, ਅੱਜ ਤੋਂ ਜਵਾਈ ਵੀ ਨਹੀਂ। ਬਾਬਾ ਬੁੱਢਾ ਸਾਹਿਬ ਕੋਲ ਖੜੇ ਭਾਈ ਜੇਠੇ ਨੇ ਕਿਹਾ, ਪਾਤਸ਼ਾਹ ਮੈਂ ਫਿਰ ਹੋਰ ਕੀ, ਜੇ ਮੈਂ ਹੁਣ ਇਸ ਘਰ ਦਾ ਮੈਂਬਰ ਵੀ ਨਹੀਂ ਰਿਹਾ, ਤੁਸੀਂ ਕਹਿੰਦੇ ਹੋ ਇਸ ਘਰ ਦਾ ਹੁਣ ਤੂੰ ਜਵਾਈ ਵੀ ਨਹੀਂ, ਫਿਰ ਮੈਂ ਹੋਰ ਕੀ? ਮਾਰੇ ਕਹਿੰਦੇ, ਅੱਜ ਤੋਂ ਇਸ ਘਰ ਦਾ ਤੂੰ ਮਾਲਕ ਹੈ, ਅੱਜ ਤੋਂ ਇਸ ਘਰ ਦਾ ਮਾਲਕ, ਤੂੰ ਮੈਂਬਰ ਨਹੀਂ। ਲਿਆ ਮੈਂ ਤੈਨੂੰ ਅੱਜ ਇਹਦਾ ਮਾਲਕ ਬਣਾਵਾਂ,
ਜੇ ਤੂੰ ਮੈਂਬਰ ਹੋ ਕੇ ਅੱਜ ਇਸ ਘਰ ਦੇ ਸਾਰੇ ਸਮਾਨ ਨੂੰ ਇੰਨਾ ਸੰਭਾਲ ਰਿਹਾ ਹੈ, ਇਸ ਘਰ ਨੂੰ ਇੰਨਾ ਸੰਭਾਲ ਰਿਹਾ, ਅੱਜ ਮੇਰਾ ਮਨ ਮੰਨ ਗਿਆ, ਤੂੰ ਇਸ ਘਰ ਦਾ ਮਾਲਕ ਬਣ ਕੇ ਪੂਰੀ ਕੌਮ ਨੂੰ ਸੰਭਾਲ ਲਏਗਾ। ਤੇ ਫਿਰ ਮਹਾਰਾਜ ਦਾ ਜਦੋਂ ਮਨ ਮੰਨਿਆ, ਫਿਰ ਦਿੱਤਾ ਕੀ? ਹੁਣ ਆਹ ਬਚਨ ਧਿਆਨ ਨਾਲ ਸੁਣਿਓ। ਆਪਾਂ ਚਲੋ ਰੋਜ਼ ਮਹਾਰਾਜ ਸਾਹਿਬ ਦੀਆਂ ਸਾਖੀਆਂ ਕਰਦੇ ਆ, ਇਤਿਹਾਸ ਨੂੰ ਵੀ ਵੇਖਦੇ ਆ, ਪਰ ਭੱਟਾਂ ਨੇ ਬਚਨ ਜਿਹੜੇ ਕਹੇ ਆ ਬੜੇ ਕਮਾਲ ਦੇ। ਗੁਰੂ ਅਮਰਦਾਸ ਪਾਤਸ਼ਾਹ ਨੇ ਤਖਤ ਤੇ ਬਿਠਾਇਆ, ਮੱਥਾ ਟੇਕਿਆ, ਤੇ ਲੇਕਿਨ ਦਿੱਤਾ ਕੀ? ਤੇ ਭੱਟ ਸਾਹਿਬਾਨ, ਭੱਟ ਨਲ ਜੀ ਕਹਿ ਰਹੇ ਆ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਰਾਜ ਜੋਗ ਦਾ ਤਖਤ ਦਿੱਤਾ। ਹੁਣ ਰਾਜ ਜੋਗ ਕੀ ਹੈ? ਰਾਜ ਜੋਗ ਕੀ ਹੈ? ਅਸੀਂ ਤਾਂ ਕਹਿੰਦੇ ਆ ਕਿ 6ਵੇਂ ਪਾਤਸ਼ਾਹ ਨੇ ਪੀਰੀ ਤੇ ਮੀਰੀ ਦਾ ਸਿਧਾਂਤ, ਅਸੀਂ ਮੀਰੀ ਪੀਰੀ ਕਹਿੰਦੇ ਆ, ਅਸਲ ਚ ਪੀਰੀ ਮੀਰੀ ਹੈ, ਸੰਤ ਸਿਪਾਹੀ। ਪਹਿਲਾਂ ਭਗਤੀ ਹੈ, ਫਿਰ ਸ਼ਕਤੀ ਹੈ। ਪਹਿਲਾਂ ਹਰਮੰਦਰ ਸਾਹਿਬ ਹੈ, ਫਿਰ ਅਕਾਲ ਤਖਤ ਹੈ। ਦੇਗ ਤੇਗ, ਪਹਿਲਾਂ ਦੇਗ ਹੈ, ਫਿਰ ਤੇਗ ਹੈ। ਰਵਾਬ ਨਗਾਰਾ, ਪਹਿਲਾਂ ਰਵਾਬ ਵੱਜਦੀ ਹੈ, ਫਿਰ ਨਗਾਰਾ। ਪਰ ਅਸੀਂ ਬੋਲਣ ਲੱਗਿਆ ਕਈ ਵਾਰ ਮੀਰੀ ਪੀਰੀ ਕਹਿ ਜਾਂਦੇ ਆ, ਮਤਲਬ ਪਹਿਲਾਂ ਰਾਜਨੀਤੀ ਫਿਰ ਭਗਤੀ ਨਹੀਂ। ਪਹਿਲਾਂ ਭਗਤੀ ਹੈ, ਬਾਅਦ ਵਿੱਚ ਤਾਕਤ, ਬਾਅਦ ਵਿੱਚ ਸ਼ਕਤੀ, ਉਹ ਵੱਖਰੀ। ਤੁਸੀਂ ਕਦੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਤੇ ਖੜ ਕੇ ਵੇਖਿਓ, ਜਦੋਂ ਹਰਮੰਦਰ ਸਾਹਿਬ ਪ੍ਰਕਰਮਾ ਚ ਗਏ, ਦਰਸ਼ਨੀ ਡਿਊਟੀ ਤੋਂ ਅੰਦਰ ਜਾਂਦੇ ਹੋ, ਜਦੋਂ ਦਰਸ਼ਨੀ ਡਿਊਟੀ ਚ ਖੜੇ ਹੋ, ਕਦੇ ਨਾਪ ਕੇ ਵੇਖਣਾ 19 ਕਦਮਾਂ ਤੇ ਅਕਾਲ ਤਖਤ ਸਾਹਿਬ ਹੈ, 19 ਕਦਮਾਂ ਤੇ ਹਰਮੰਦਰ ਸਾਹਿਬ। ਉੱਥੇ ਸਿੱਖ ਨੇ ਨਿਰਣਾ ਕਰਨਾ ਵੀ ਪਹਿਲਾਂ ਕਿੱਧਰ ਜਾਣਾ ਹੈ। ਉੱਥੇ ਫਿਰ ਜੇ ਨਹੀਂ ਸਮਝ ਆਉਂਦੀ, ਫਿਰ ਗੁਰੂ ਨੂੰ ਪੁੱਛੋ। ਗੁਰੂ ਅਗਵਾਈ ਕਰਦਾ ਕਿ ਭਾਈ ਇਸ ਘਰ ਵਿੱਚ ਪਹਿਲਾਂ ਭਗਤੀ ਦੀ ਗੱਲ ਚੱਲੀ, ਇੱਥੇ ਪਹਿਲਾਂ ਭਗਤੀ ਹੈ, ਪਹਿਲਾਂ ਪ੍ਰਮਾਤਮਾ ਦੀ ਬਖਸ਼ੀਸ਼ ਹੈ, ਤੇ ਪਹਿਲਾਂ ਅਸੀਂ ਇਸ ਕਰਕੇ ਹਰਮੰਦਰ ਸਾਹਿਬ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ। ਇਹ ਆਪ ਜੀ ਨੇ ਬੜੀ ਵਾਰ ਸੁਣਿਆ ਕਿ ਹਰਮੰਦਰ ਸਾਹਿਬ 'ਚ ਬੈਠੇ ਹਾਂ, ਅਸੀਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ। ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਹਰਮੰਦਰ ਸਾਹਿਬ ਦੇ ਪਲ ਪਲ ਦਰਸ਼ਨ ਹੁੰਦੇ ਆ। ਮਹਾਰਾਜ ਕਹਿੰਦੇ ਜਦੋਂ ਭਗਤੀ 'ਚ ਬੈਠਾ, ਬਸ ਧਿਆਨ ਕੇਵਲ ਅਕਾਲ ਪੁਰਖ ਪਰਮਾਤਮਾ ਦਾ ਹੋਵੇ। ਪਰ ਜਦੋਂ ਕਿਸੇ ਰਾਜ ਪਦਵੀ ਤੇ ਬੈਠਾ, ਉਦੋਂ ਤੇਰਾ ਧਿਆਨ ਜਿਹੜਾ ਹੈ ਉਹ ਗੁਰੂ ਵੱਲ ਹੋਵੇ, ਤੈਨੂੰ ਗੁਰੂ ਯਾਦ ਆਵੇ, ਤਾਂ ਕਿ ਉਹ ਗਲਤ ਕੰਮ ਨਾ ਹੋਵੇ। ਪਰ ਜਦੋਂ ਚਲਿਆ ਗੁਰੂ ਦੀ ਗੋਦ ਵਿੱਚ ਗਿਆ, ਉਦੋਂ ਸੰਸਾਰ ਵੱਲ ਧਿਆਨ ਨਾ ਜਾਵੇ, ਉਦੋਂ ਤੈਨੂੰ ਆਪਣੀਆਂ ਪਦਵੀਆਂ ਯਾਦ ਨਾ ਆਉਣ। ਜਦੋਂ ਸੇਵਾ ਦੇ ਸਿਮਰਨ ਵਿੱਚ ਚਲਿਆ ਗਿਆ, ਹਰਮੰਦਰ ਸਾਹਿਬ ਬੈਠ ਕੇ, ਇਸੇ ਕਰਕੇ ਮਹਾਰਾਜ ਕਹਿੰਦੇ ਆ, ਜਦੋਂ ਭਗਤੀ ਦੇ ਘਰ ਚ ਆ ਗਿਆ, ਫਿਰ ਭਗਤੀ ਵਿੱਚ ਹੀ ਨਿਪੁੰਨ ਹੋ ਜਾ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਹੁਣ ਇਹ ਰਾਜ ਜੋਗ ਦਾ ਤਖਤ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ। ਮੈਂ ਸੰਖੇਪ ਬੇਨਤੀ ਕਰਨੀ ਆ, ਕਿਉਂਕਿ ਇੱਕ ਦੋ ਬੇਨਤੀਆਂ ਇਤਿਹਾਸ ਵਿੱਚੋਂ ਵੀ ਕਰਨੀਆਂ। ਮਹਾਰਾਜ ਕਹਿ ਰਹੇ ਆ, ਪ੍ਰਥਮੇ ਨਾਨਕ ਚੰਦ। ਇਹ ਰਾਜ ਯੋਗ ਦਾ ਤਖਤ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਮੈਂ ਲਿਆ ਨਹੀਂ, ਮੈਨੂੰ ਦਿੱਤਾ ਗਿਆ। ਇਹ ਰਾਜ ਯੋਗ ਤਖਤ ਮੈਂ ਸੰਸਾਰ ਵਿੱਚ ਆ ਕੇ ਹਾਸਲ ਨਹੀਂ ਕੀਤਾ, ਮੈਨੂੰ ਪਰਮਾਤਮਾ ਨੇ ਇਹ ਰਾਜ ਯੋਗ ਤਖਤ ਦਿੱਤਾ। ਰਾਜ ਦਾ ਮਤਲਬ ਰਾਜਾ, ਰਾਜੇ ਦਾ ਮਤਲਬ ਮਾਲਕ। ਹੁਣ ਇਹ ਸਾਰੇ ਸੰਸਾਰ ਦਾ ਰਾਜਾ ਕੌਣ ਹੈ? ਪਰਮਾਤਮਾ। ਇਹ ਸਾਰੀ ਸ੍ਰਿਸ਼ਟੀ ਦਾ ਰਾਜਾ ਕੌਣ ਹੈ? ਪਰਮਾਤਮਾ। ਇਹ ਸ੍ਰਿਸ਼ਟੀ ਦੇ ਉੱਪਰ ਹੁਕਮ ਕਿਹਦਾ ਚੱਲਦਾ? ਪਰਮਾਤਮਾ ਦਾ। ਇਸ ਕਰਕੇ ਉਹ ਸਾਰੇ ਸੰਸਾਰ ਦਾ ਰਾਜਾ ਹੋਇਆ। ਤੇ ਉਹ ਰਾਜੇ ਕੋਲੇ ਰਾਜਨ ਮੈਂ ਤੂੰ ਰਾਜਾ ਕਹੀਏ, ਜੋਗਨ ਮੈਂ ਤੂੰ ਜੋਗੀ। ਉਹ ਰਾਜਾ ਵੀ ਹੈ, ਉਹ ਜੋਗੀ ਵੀ ਹੈ। ਇਹੀ ਸਿਧਾਂਤ ਮਹਾਰਾਜ ਨੇ ਸਾਨੂੰ ਦਿੱਤਾ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗਿਰਹਸਤ ਮੈਂ ਭੋਗੀ। ਤੋਂ ਮਹਾਰਾਜ ਕਹਿੰਦੇ, ਇਹ ਕੱਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਣ ਗਾ ਰਹੇ ਆ, ਜਿਨ੍ਹਾਂ ਨੇ ਰਾਜ ਤੇ ਜੋਗ ਦੋਵਾਂ ਨੂੰ ਮਾਣਿਆ। ਭਗਤੀ ਸ਼ਕਤੀ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ। ਹੁਣ ਇੱਕ ਬੇਨਤੀ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਆ, ਪਰਮਾਤਮਾ ਵੇਖੋ, ਰਾਜਨ ਮੈਂ ਤੂੰ ਰਾਜਾ ਕਹੀ ਹੈ। ਪਰਮਾਤਮਾ ਰਾਜਾ ਹੈ। ਰਾਜਾ ਇਸ ਕਰਕੇ ਕਿ ਉਹਦਾ ਸਾਰੇ ਬ੍ਰਹਿਮੰਡ ਤੇ ਹੁਕਮ ਚੱਲਦਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਉਹਦੇ ਹੁਕਮ ਦੇ ਅਰਥ ਕੀ ਆ? ਇੱਕ ਉਹਦੀ ਮਰਿਆਦਾ, ਉਹਦਾ ਨਿਯਮ। ਪਰਮਾਤਮਾ ਨੇ ਇੱਕ ਜਿਹੜਾ ਕਾਨੂੰਨ ਬਣਾਇਆ, ਉਹਦਾ ਨਿਯਮ ਹੈ ਕਿ ਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ। ਪੱਤੇ ਨੂੰ ਹਿਲਾਓਗੇ ਤਾਂ ਹੀ ਹਿੱਲੇਗਾ, ਪੱਤੇ 'ਚ એનર્ਜੀ ਹੋਏਗੀ ਤਾਂ ਹਿੱਲੇਗਾ, ਪੱਤੇ ਨੂੰ ਕੋਈ ਤੇਜ਼ ਹਵਾ ਲੱਗੇਗੀ ਤਾਂ ਹਿੱਲੇਗਾ, ਨਹੀਂ ਪੱਤਾ ਆਪਣੇ ਆਪ ਨਹੀਂ ਹਿਲਦਾ, ਕਿਉਂਕਿ ਪਰਮਾਤਮਾ ਨੇ ਕਾਨੂੰਨ ਹੀ ਇਹ ਬਣਾਇਆ। ਪਰਮਾਤਮਾ ਦਾ ਕਾਨੂੰਨ ਹੈ, ਮਾਤ ਪਿਤਾ ਬਿਨ ਬਾਲ ਨਾ ਹੋਈ।
ਦੁਨੀਆ ਤੇ ਜੋ ਮਰਜੀ ਅੱਜ ਸਾਇੰਸ ਜਿੱਥੇ ਮਰਜੀ ਪਹੁੰਚ ਜਾਏ, ਲੇਕਿਨ ਪਰਮਾਤਮਾ ਦੇ ਇਸ ਸਿਧਾਂਤ ਨੂੰ ਕੋਈ ਝੁਠਲਾ ਨਹੀਂ ਸਕਦਾ। ਉਹਨੇ ਜਿਹੜਾ ਨਿਯਮ ਬਣਾ ਦਿੱਤਾ, ਜਿਹੜਾ ਨਿਯਮ ਤੋਂ ਬਾਹਰ ਜਾਏਗਾ ਉਹਨੂੰ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਅੱਜ ਕਈ ਕਹਿੰਦੇ ਆ ਜੀ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ, ਸਾਨੂੰ ਦੁੱਖ ਤਕਲੀਫ, ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ, ਫਿਰ ਸਾਡੇ ਨਾਲ ਇਹ ਕਿਉਂ ਹੁੰਦਾ? ਮਾਰੇ ਕਹਿੰਦੇ ਗਹਿਰਾਈ ਵਿੱਚ ਜਾ ਕੇ ਵੇਖ, ਤੂੰ ਕਿੰਨੇ ਵਾਰ ਨਿਯਮ ਤੋੜਦਾ ਹੈ, ਤੂੰ ਕਿੰਨੇ ਵਾਰ। ਅੱਜ ਕੋਈ ਰੈੱਡ ਲਾਈਟ ਤੇ ਫੜਿਆ ਜਾਵੇ ਨਾ, ਉਹ ਪੁਲਿਸ ਵਾਲੇ ਦਾ ਚਲਾਨ ਕੱਟ ਦਿਆ ਕਿਉਂਕਿ ਉਹਨੇ ਕਾਨੂੰਨ ਤੋੜਿਆ। ਪਰ ਇੱਕ ਗੱਲ ਉਹਨਾਂ ਦੇ ਦਿਮਾਗ ਵਿੱਚ ਇਹ ਆ ਜਾਂਦੀ ਹੈ ਵੀ ਜਿਹੜਾ ਅੱਜ ਸਾਡੇ ਸਾਹਮਣੇ ਰੈੱਡ ਲਾਈਟ ਜੰਪ ਕੀਤਾ, ਇਹਨੇ ਪਹਿਲਾਂ ਵੀ ਕੀਤੀ ਹੋਏਗੀ, ਇਹਨੇ ਕਈ ਵਾਰ ਕੀਤੀ ਹੋਏਗੀ, ਕਈ ਵਾਰ ਕਾਨੂੰਨ ਤੋੜਿਆ ਹੋਏਗਾ, ਤਾਂ ਸਾਨੂੰ ਸਜ਼ਾ ਮਿਲਦੀ। ਜਦੋਂ ਕੋਈ ਰੱਬ ਦਾ ਕਾਨੂੰਨ ਤੋੜਦਾ, ਪਰਮਾਤਮਾ ਦੇ ਨਿਯਮ ਨੂੰ ਤੋੜਦਾ, ਉਹਦੀ ਸਜ਼ਾ ਉਹਨੂੰ ਮਿਲਦੀ ਆ, ਕਿਉਂਕਿ ਉਹ ਰਾਜਾ ਹੈ। ਜੇ ਉਹਦਾ ਘਰ ਬਖਸ਼ਿਸ਼ਾਂ ਦਾ ਹੈ, ਉਹਦਾ ਘਰ ਨਿਆਂ ਕਰਨ ਵਾਲਾ ਵੀ ਹੈ, ਉਹਦੇ ਘਰ 'ਚ ਨਿਆਂ ਵੀ ਹੁੰਦਾ। ਰੱਬ ਕਿਸੇ ਨਾਲ ਨਜਾਇਜ਼ ਨਹੀਂ ਕਰਦਾ। ਮਾਰੇ ਕਹਿੰਦੇ ਠਾਕੁਰ ਮੈਂ ਠੁਕਰਾਈ ਤੇਰੀ ਕੋਮਨ ਸਿਰ ਕੋਮਾ, ਤੇ ਰਾਜਾ ਹੁੰਦੇ ਹੀ ਉਹ ਜਿਹਦਾ ਹੁਕਮ ਸਾਰੇ ਮੰਨਣ। ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਉਹ ਸੁਲਤਾਨ ਕਾਹਦਾ ਜਿਹਨੂੰ ਕੋਈ ਸਲਾਮ ਹੀ ਨਾ ਕਰੇ, ਉਹ ਰਾਜਾ ਕਾਹਦਾ ਜਿਹਦਾ ਕੋਈ ਹੁਕਮ ਹੀ ਨਾ ਮੰਨੇ। ਉਹ ਰਾਜਾ ਕਿਹੜਾ ਜਿਹੜਾ ਉਹਨੂੰ ਆਉਂਦੇ ਜਾਂਦੇ ਨੂੰ ਕੋਈ ਸਜਦਾ ਨਾ ਕਰੇ, ਉਹਦੇ ਹੁਕਮ ਦੀ ਪਾਲਣਾ ਨਾ ਕੋਈ ਕਰੇ, ਉਹ ਰਾਜਾ ਨਹੀਂ ਹੋ ਸਕਦਾ। ਲੇਕਿਨ ਦੁਨੀਆ ਤੇ ਜਿਹਨੂੰ ਜਨਮ ਮਿਲਿਆ, ਜਿੱਥੇ ਚਾਹੇ 84 ਲੱਖ ਜੂਨ ਹੈ, ਚਾਹੇ ਮਾਤ ਲੋਕ ਹੋਵੇ, ਚਾਹੇ ਪਤਾਲ ਲੋਕ ਹੋਵੇ, ਚਾਹੇ ਆਕਾਸ਼ ਲੋਕ ਹੋਵੇ, ਸਾਰੇ ਉਸ ਪਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਆ। ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਜਿਹੜੀ ਉਸ ਪਰਮਾਤਮਾ ਦੇ ਜਿਹੜੇ ਸਿਧਾਂਤ ਨੂੰ, ਉਹਦੇ ਹੁਕਮ ਨੂੰ ਨਾ ਮੰਨੇ, ਕਿਉਂਕਿ ਸਾਰੇ ਸੰਸਾਰ ਦਾ ਰਾਜਾ ਹੈ। ਤੇ ਉਹ ਜੋਗੀ ਉਸ ਵੇਲੇ ਹੈ ਜਿਹੜੇ ਉਹਦੇ ਨਿਯਮ ਨੂੰ ਮੰਨਦੇ ਆ, ਉਹਦੇ ਕਾਨੂੰਨ ਨੂੰ ਮੰਨਦੇ ਆ, ਉਹਦੇ ਹੁਕਮ ਨੂੰ ਮੰਨਦੇ ਆ, ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਨਾਲ ਜੁੜ ਗਏ, ਉਸ ਪਰਮਾਤਮਾ ਦੀ ਇਬਾਦਤ ਕਰਦੇ ਆ। ਉਹਨਾਂ ਜੋਗੀਆਂ ਵਿੱਚ ਉਹ ਜੋਗੀ ਬਣ ਕੇ ਬੈਠ ਜਾਂਦਾ। ਜੋਗਨ ਮੈਂ ਤੂੰ ਜੋਗੀ, ਉਹ ਪਰਮਾਤਮਾ ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਚ ਭਇਆਲ ਜਿਓ। ਤੇਰਾ ਅੰਤ ਤਾਂ ਪਰਮਾਤਮਾ ਕਿਸੇ ਨੇ ਪਾਇਆ ਨਹੀਂ। ਕਦੇ ਜੋਗੀ ਬਣਦਾ, ਕਦੇ ਤੂੰ ਰਾਜਾ ਬਣਦਾ। ਇਹ ਰਾਜ ਜੋਗ ਪਰਮਾਤਮਾ ਕੋਲੋਂ ਆ ਰਿਹਾ। ਹੁਣ ਇਹ ਰਾਜ ਜੋਗ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਪਰਮਾਤਮਾ ਨੇ ਦਿੱਤਾ। ਗੁਰੂ ਨਾਨਕ ਸਾਹਿਬ ਦੇਖੋ 10ਵੇਂ ਪਾਤਸ਼ਾਹ ਵੇਲੇ ਤਾਂ ਗੱਲ ਬਿਲਕੁਲ ਭਾਈ ਨੰਦ ਲਾਲ ਸਾਹਿਬ ਨੇ ਕਲੀਅਰ ਕਰ ਦਿੱਤੀ ਨਾ, ਬਾਦਸ਼ਾਹ ਦਰਵੇਸ਼ ਰਾਜਯੋਗ। ਉਹ ਬਾਦਸ਼ਾਹ ਹੈ ਤਾਂ ਰਾਜਾ ਹੈ। ਤੇ ਭੀਮ ਚੰਦ ਨੇ ਨਾ ਇੱਕ ਪੰਮੇ ਪ੍ਰੋਹਤ ਨੂੰ ਕਈ ਵਾਰ ਭੇਜਿਆ ਕਿ ਜਾ ਕੇ ਵੇਖਿਆ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਦਰਬਾਰ ਦੀ ਦਿੱਖ ਤੇ ਮੇਰੇ ਦਰਬਾਰ ਦੀ ਦਿੱਖ ਵਿੱਚ ਫਰਕ ਕੀ ਹੈ, ਅੰਤਰ ਕੀ ਹੈ ਉਹਦੇ ਵਿੱਚ। ਹੁਣ ਬਾਦਸ਼ਾਹ ਦਰਵੇਸ਼, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਰਾਜ ਜੋਗ ਮੀਰੀ ਪੀਰੀ, ਪੀਰੀ ਮੇਰੀ ਭਗਤੀ ਸ਼ਕਤੀ, ਹਰਮੰਦਰ ਤੇ ਅਕਾਲ ਤਖਤ ਸਾਹਿਬ, ਇਹ ਸਾਰੇ ਕਿਤੇ ਰੱਬ ਦਾ ਹੁਕਮ ਚੱਲਦਾ। ਜਿਹੜਾ ਰੱਬ ਦਾ ਤਖਤ ਹੈ, ਉਸ ਤਖਤ ਤੇ ਰੱਬ ਹੀ ਬੈਠਦਾ, ਤੇ ਰੱਬ ਦੇ ਹੁਕਮ ਤੋਂ ਬਿਨਾਂ ਕਿਸੇ ਦਾ ਹੁਕਮ ਨਹੀਂ। ਇਸ ਲਈ ਸਾਡਾ ਜਿਹੜਾ ਪਹਿਲਾ ਤਖਤ ਹੈ ਉਹ ਅਕਾਲ ਤਖਤ ਹੈ। ਉੱਥੇ ਅਕਾਲ ਦਾ ਹੁਕਮ ਹੈ, ਉੱਥੇ ਕਿਸੇ ਬੰਦੇ ਦਾ ਹੁਕਮ ਨਹੀਂ ਚੱਲਦਾ। ਜਿਹੜਾ ਹੁਕਮ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਜਾਂਦਾ ਹੈ, ਉਹ ਸਾਰੀ ਕੌਮ ਦੇ ਸਿਰ ਮੱਥੇ ਹੁੰਦਾ ਹੈ, ਕਿਉਂਕਿ ਹੁਕਮ ਅਕਾਲ ਦਾ ਹੈ। ਇਹ ਕੌਮ, ਇਹ ਪੰਥ ਅਕਾਲ ਦਾ ਪੰਥ ਹੈ। ਪਰਮਾਤਮਾ ਦੀ ਮੌਜ ਵਿੱਚ ਇਹ ਪੰਥ ਆਇਆ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਭੀਮ ਚੰਦ ਨੇ ਕਿਹਾ, ਉਹ 2-3 ਵਾਰੀ ਦੇਖ ਕੇ ਆਗੇ ਚੁੱਪ ਕਰਕੇ ਖੜ ਗਿਆ। ਕਹਿੰਦਾ ਦੱਸਦਾ ਕਿਉਂ ਨਹੀਂ, ਦੱਸਦਾ ਕਿਉਂ ਨਹੀਂ। ਉਹਦੇ ਦਿੱਖ ਕਲਗੀਧਰ ਦੇ ਦਰਬਾਰ ਦੀ ਦੇਖ ਕੇ ਹੋ ਜੀ ਆ। ਪੰਮਾ ਪ੍ਰੋਹਤ ਕਹਿੰਦਾ ਜੀ ਕੋਈ ਸਜ਼ਾ ਨਾ ਦਿਓਗੇ ਤਾਂ ਮੈਂ ਦੱਸਾਂਗਾ, ਕਿਉਂਕਿ ਜੋ ਮੈਂ ਦੱਸਣਾ ਤੁਹਾਡੇ ਤੋਂ ਸੁਣਿਆ ਨਹੀਂ ਜਾਣਾ। ਔਰ ਉਹਨੇ ਕਿਹਾ ਨਹੀਂ ਕੁਛ ਕਹਿੰਦਾ, ਦੱਸ ਮੇਰੇ ਦਰਬਾਰ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਅੰਤਰ ਕੀ। ਪੰਮਾ ਪ੍ਰੋਹਤ ਆ ਕੇ ਕਹਿਣ ਲੱਗਿਆ ਭੀਮ ਚੰਦ ਤੂੰ 7 ਜਨਮ ਲੈ ਕੇ ਆਵੇਂ, 7 ਜਨਮਾਂ ਵਿੱਚ ਤੂੰ ਰਾਜਾ ਹੋਵੇਂ, 7 ਜਨਮ 'ਚ ਰਾਜ ਭਾਗ ਮਾਣ ਕੇ ਵੀ ਤੂੰ ਕਲਗੀਧਰ ਪਾਤਸ਼ਾਹ ਦੇ ਦਰਬਾਰ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹਦੇ ਦਰਬਾਰ ਦੀ ਦਿੱਖ ਐਡੀ ਨਿਰਾਲੀ ਇਸ ਕਰਕੇ ਆ, ਉੱਥੇ ਕਿਤੇ ਰਵਾਬ ਵੱਜ ਰਹੀ ਹੈ, ਅੰਮ੍ਰਿਤ ਵੇਲੇ ਰਵਾਬ ਵੱਜਦੀ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਤੇ ਜਦੋਂ ਥੋੜਾ ਦਿਨ ਚੜ੍ਹਦਾ ਫਿਰ ਨਗਾਰੇ ਤੇ ਚੋਟਾਂ ਵੱਜਦੀਆਂ। ਉੱਥੇ ਰਾਜ ਯੋਗ ਦਾ ਸੰਕਲਪ ਹੈ। ਉੱਥੇ 1.25 ਲੱਖ ਦੀਆਂ ਕੀਮਤੀ ਚੀਜ਼ਾਂ ਭੇਟਾਂ ਵਿੱਚ ਦਿੱਤੀਆਂ ਜਾਂਦੀਆਂ। ਇਹ ਬਾਦਸ਼ਾਹ ਦਾ ਸੰਕੇਤ ਹੈ। ਤੇ ਜਦੋਂ ਉਹ ਮਾਛੀਵਾੜੇ ਦੇ ਜੰਗਲ 'ਚ ਸਭ ਕੁਝ ਵਾਰ ਕੇ ਸੁੱਤਾ, ਇਹ ਦਰਵੇਸ਼, ਇਹ ਜੋਗ ਦਾ ਸੰਕੇਤ ਹੈ। ਮਹਾਰਾਜ ਸਾਹਮਣੇ ਸਭ ਕੁਝ ਪ੍ਰੈਕਟੀਕਲ ਕਰਕੇ ਵਿਖਾਇਆ। ਉਹ ਰਾਜ ਯੋਗ ਜਿਹੜਾ ਹੈ ਤਾਂ ਹੁਣ ਦੇਖੋ, ਇਸ ਤੁਸੀਂ ਵੇਖੋ ਸੰਸਾਰ ਵਿੱਚ ਜੇ ਕੋਈ ਭਗਤੀ ਦੇ ਰਾਹ ਤੇ ਚੱਲਿਆ ਤਾਂ ਉਹ ਭਗਤੀ ਬਣਿਆ, ਉਹ ਰਾਜਾ ਨਹੀਂ ਬਣਿਆ। ਜੇ ਕੋਈ ਰਾਜ ਭਾਗ ਦੇ ਰਾਹ ਤੇ ਚੱਲਿਆ ਉਹ ਰਾਜਾ ਹੀ ਰਿਹਾ।
ਉਹ ਭਗਤ ਨਹੀਂ ਬਣਿਆ। ਜੇ ਉਹ ਭਗਤੀ ਦੇ ਰਾਹ ਤੇ ਆਇਆ ਤਾਂ ਰਾਜ ਭਾਗ ਛੱਡ ਕੇ ਆਇਆ। ਜਿਹੜੇ ਛੱਡ ਕੇ ਆਏ ਉਹਨਾਂ ਗੋਪੀ ਚੰਦ ਭਰਤਰੀ ਵਰਗਿਆਂ ਦੀਆਂ ਸਾਖੀਆਂ ਅੱਜ ਤੱਕ ਸੁਣਾਈਆਂ ਜਾਂਦੀਆਂ। ਤੇ ਐਵੇਂ ਨਹੀਂ ਹੋਇਆ ਕਿ ਕੋਈ ਰਾਜੇ ਜਨਕ ਦੀ ਤਰ੍ਹਾਂ ਉਹਦੀ ਬਾਤ ਇਸ ਕਰਕੇ ਪੈਂਦੀ ਆ, ਭਗਤ ਵੱਡਾ ਰਾਜਾ ਜਨਕ, ਇਸ ਕਰਕੇ ਕਿਹਾ ਉਹ ਰਾਜ ਭਾਗ ਵਿੱਚ ਬੈਠਾ ਰੱਬ ਦੀ ਭਗਤੀ ਕਰ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਤੈਨੂੰ ਬਾਦਸ਼ਾਹ ਦਰਵੇਸ਼ ਦਾ ਪੁੱਤਰ ਹੈ ਗੁਰਸਿੱਖਾ ਤੂੰ। ਮੈਂ ਪੀਰੀ ਤੇ ਮੀਰੀ ਇਕੱਠੀ ਕੀਤੀ ਆ, ਉੱਪਰ ਗੁਰੂ ਗ੍ਰੰਥ ਸਾਹਿਬ, ਥੱਲੇ ਸ਼ਸਤਰ ਪਿਆ। ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਹੈ। ਮੈਂ ਤੈਨੂੰ ਦੋਵੇਂ ਸਿਧਾਂਤ, ਦੋਵੇਂ ਮੇਲ ਇਕੱਠੇ ਬਣਾ ਕੇ ਦਿੱਤੇ ਆ। ਹਾਂ, ਸ਼ਸਤਰ ਥੱਲੇ ਆ, ਸ਼ਬਦ ਵਿਚਾਰ ਉੱਪਰ ਹੈ। ਸ਼ਬਦ ਦੀ ਵਿਚਾਰ ਪਹਿਲਾਂ ਹੈ, ਪ੍ਰੇਮ ਪਹਿਲਾਂ ਹੈ, ਸੰਤ ਪਹਿਲਾਂ ਹੈ, ਦੇਗ ਪਹਿਲਾਂ ਹੈ, ਭਗਤੀ ਪਹਿਲਾਂ ਹੈ। ਜਦੋਂ ਕੋਈ ਭਗਤੀ, ਪ੍ਰੇਮ, ਸੰਤ ਦੀ ਗੱਲ ਨਾ ਸਮਝੇ, ਫਿਰ ਆ ਜਿਹੜੇ ਸ਼ਸਤਰ ਨੇ ਇਹਨਾਂ ਦੀ ਵਰਤੋਂ ਕਰਨੀ ਜਾਇਜ਼। ਚੋਂ ਕਰ ਅਜ਼ਹਮਾ ਹੀਲ ਤੇ ਦਰਗੁਜਸ, ਹਲਾਲ ਅਸਤ ਬੁਰਦਨਵਾਜ ਸ਼ਮਸ਼ੀਰ ਦਸਤ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਜਦੋਂ ਸਿਰੋਂ ਪਾਣੀ ਲੰਘ ਜਾਏ, ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਸਾਹਮਣੇ ਵਾਲਾ ਪਿਆਰ ਤੇ ਸ਼ਾਂਤੀ ਦੀ ਭਾਸ਼ਾ ਨਾ ਸਮਝੇ, ਫਿਰ ਸ਼ਸਤਰ ਚੁੱਕਣੇ ਜਾਇਜ਼ ਹੈ, ਨਜਾਇਜ਼ ਨਹੀਂ। ਪਰ ਅੱਜ ਅਸੀਂ ਬਹੁਤੀ ਭਾਸ਼ਾ ਸ਼ਸਤਰਾਂ ਦੀ ਰੱਖਦੇ ਆ। ਜਿਹੜੀਆਂ ਗੱਲਾਂ ਟੇਬਲ ਟਾਕ ਤੇ ਕਰਨ ਵਾਲੀਆਂ, ਅਸੀਂ ਕਈ ਵਾਰ ਉਹਨਾਂ ਨੂੰ ਵੀ ਤੇਗਾਂ ਤਲਵਾਰਾਂ ਦੇ ਵਿੱਚ ਲੈ ਆਈਦਾ, ਜਿਹਦੇ ਕਰਕੇ ਸਾਡਾ ਨੁਕਸਾਨ। ਸਾਨੂੰ ਇਸੇ ਕਰਕੇ ਸ਼ਾਇਦ ਉਹਨਾਂ ਲੋਕਾਂ ਨੇ ਇਹ ਖਿਤਾਬ ਦਿੱਤਾ, ਜਿਹੜੀ ਕੌਮ ਨੇ ਸਭ ਤੋਂ ਵੱਧ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹੋਣ। ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਸਿੱਖੋ ਤੁਹਾਡੀਆਂ ਕੁਰਬਾਨੀਆਂ ਨੇ, ਪਰ ਸਾਨੂੰ ਇਨਾਮ ਵਿੱਚ ਕੀ ਮਿਲਿਆ? ਜਰਾਇਮ ਪੇਸ਼ਾ ਕੌਮ। ਉਹਦਾ ਕਾਰਨ ਇਹ ਹੋਇਆ ਵੀ ਇਹਨਾਂ ਦਾ ਤਾਂ ਸੁਭਾਅ ਹੀ ਆ ਲੜਨਾ, ਜ਼ੁਲਮ ਕਰਨਾ, ਲੜਨਾ ਇਸ ਕੌਮ ਦਾ ਸੁਭਾਅ। ਕਿਉਂਕਿ ਅਸੀਂ ਵਿਦਿਆ ਛੱਡ ਗਏ, ਵਿਦਿਆ ਪੜ੍ਹਨੀ ਛੱਡ ਗਏ। ਅਸੀਂ ਅੱਜ ਆਈਲੈਟ ਸਭ ਤੋਂ ਵੱਡਾ ਸਾਡੇ ਲਈ ਟੈਸਟ ਬਣ ਗਿਆ। ਅੱਜ ਕਿੰਨੇ ਕੁ ਬੱਚੇ ਜਿਹੜੇ IAS ਦੇ ਕੋਰਸ ਕਰ ਰਹੇ ਆ, ਕਿੰਨੇ ਕੁ ਬੱਚੇ ਜਿਹੜੇ IPS ਦੇ ਕੋਰਸ ਕਰ ਰਹੇ ਆ, ਇੱਕੋ ਹੀ ਟੈਸਟ ਰਹਿ ਗਿਆ ਸਾਡੇ ਲਈ, ਆਈਲੈਟਸ। ਧਰਮ ਦੀ ਵਿਦਿਆ ਸਾਡੇ ਕੋਲ ਕਿੰਨੀ ਕੁ ਰਹਿ ਗਈ? ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਸਾਡੇ ਕੋਲੇ ਕਿੰਨਾ ਕੁ ਰਹਿ ਗਿਆ? ਆ ਜਿਹੜੇ ਸਵਈਏ ਆ ਭੱਟ ਸਾਹਿਬਾਨਾਂ ਦੇ ਰਾਜ ਜੋਗ ਤਖਤ ਦੀ, ਇਹਨਾਂ ਦੀ ਸਮਝ ਸਾਨੂੰ ਕਦੋਂ ਆਉਣੀ ਹੈ ਜਾ ਕੇ? ਇਹ ਸਵਈਏ ਇਕੱਲੇ ਪੜ੍ਹਨ ਜਾਂ ਸੁਣਨ ਵਾਸਤੇ ਨਹੀਂ, ਇਹਨਾਂ ਨੂੰ ਕਦੇ ਵਿਚਾਰ ਕੇ ਵੇਖੋ, ਕਿੱਡੇ ਗੰਭੀਰ, ਕਿੱਡੇ ਗਹਿਰ ਗੰਭੀਰ ਸ਼ਬਦ ਭੱਟ ਸਾਹਿਬਾਨ ਗੁਰੂ ਰਾਮਦਾਸ ਪਾਤਸ਼ਾਹ ਲਈ ਵਰਤ ਰਹੇ ਆ। ਇਹਦਾ ਕਨਸੈਪਟ ਵੇਖੋ ਕੀ ਆ। ਨੌਜਵਾਨ ਸੁਣਨਾ ਚਾਹੁੰਦੇ ਆ, ਪਰ ਅਸੀਂ ਸੁਣਾਉਣਾ ਨਹੀਂ ਚਾਹੁੰਦੇ। ਅਸੀਂ ਗੱਲ ਸੁਣਾਉਣ ਤੋਂ ਪਹਿਲਾਂ ਸਾਨੂੰ ਇਹ ਹੁੰਦਾ ਵੀ ਆ ਗਏ ਤੇ ਇਹਨਾਂ ਦੇ ਫਟਾਫਟ ਗੱਲ 'ਚ ਕਿਰਪਾਨ ਪਾ ਦਈਏ, ਪਹਿਲਾਂ ਦਾੜੀ ਕੇਸ ਰੱਖੇ, ਫਿਰ ਇਹਦੇ ਨਾਲ ਗੱਲ ਕਰਾਂਗੇ। ਨਹੀਂ, ਗੁਰੂ ਨਾਨਕ ਸਾਹਿਬ ਨੇ ਐਵੇਂ ਦਾ ਰਵੱਈਆ ਕਿਸੇ ਨਾਲ ਨਹੀਂ ਅਪਣਾਇਆ। ਕੋਈ ਚੋਰ ਵੀ ਆ ਕੇ ਬੈਠ ਗਿਆ, ਉਹ ਕਹਿੰਦਾ ਮੈਂ ਚੋਰ ਆ, ਮਾਰੇ ਕਹਿੰਦੇ ਕੋਈ ਗੱਲ ਨਹੀਂ, ਪਰ ਮੇਰੀ ਗੱਲ ਸੁਣ ਲਾ। ਕੋਈ ਠੱਗ ਆ ਕੇ ਬੈਠਿਆ, ਕਹਿੰਦਾ ਜੀ ਠੱਗ ਆ, ਮਾਰੇ ਕਹਿੰਦੇ ਕੋਈ ਗੱਲ ਨਹੀਂ, ਮੇਰੀ ਗੱਲ ਸੁਣ ਲਾ। ਕੋਈ ਉੱਥੇ ਰਾਖਸ਼ ਆ ਕੇ ਬੈਠ ਗਿਆ, ਜਿਹੜੀ ਮਰਜ਼ੀ ਬਿਰਤੀ ਦਾ ਕੋਈ ਆ ਕੇ, ਭਾਵੇਂ ਲੱਤਾਂ ਵੀ ਮਾਰੀਆਂ ਜੀਵਨ ਕਾਜੀ ਵਰਗਿਆਂ ਨੇ, ਗੁੱਸਾ ਨਹੀਂ ਕੀਤਾ। ਮਾਰੇ ਕਹਿੰਦੇ ਲੱਤਾਂ ਤਾਂ ਮਾਰ ਲਾ, ਪਰ ਮੇਰੀ ਗੱਲ ਸੁਣ ਲਾ। ਹੱਥ ਜੋੜ ਕੇ ਆਪਣੀ ਗੱਲ ਸੁਣਾਈ। ਜਿਹਨੇ ਸੁਣੀ ਉਹਨੇ ਕਿਹਾ, ਬਾਬਾ ਜਾਂ ਤਾਂ ਨਾਲ ਲੈ ਚੱਲ ਤੇ ਜਾਂ ਫਿਰ ਸਾਡੇ ਕੋਲ ਹੀ ਰਹਿ, ਹੁਣ ਤੇਰੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਅਸੀਂ ਐਡੇ ਪ੍ਰੇਮ ਨਾਲ ਦੱਸੋ ਕਿੰਨੀ ਕੁ ਗੱਲ ਸੁਣਾ ਰਹੇ। ਇੰਨੇ ਪ੍ਰੇਮ ਨਾਲ ਅਸੀਂ ਕਦੋਂ ਨੌਜਵਾਨਾਂ ਨੂੰ ਉਹ ਗੱਲਾਂ ਸਮਝਾ ਸਕਾਂਗੇ? ਉਹਨਾਂ ਦਾ ਸਰਮਾਇਆ ਜਿਹੜਾ ਹੈ ਅੱਜ ਇਸੇ ਕਰਕੇ ਉਹ ਸਿੱਖੀ ਤੋਂ ਦੂਰ ਜਾ ਰਹੇ ਆ। ਅਸੀਂ ਜੇ ਉਹਨਾਂ ਸਾਹਮਣੇ ਧਰਮ ਰੱਖਿਆ ਤਾਂ ਇੰਨਾ ਔਖਾ ਕਰਕੇ ਰੱਖਿਆ, ਇੰਨਾ ਕੱਟੜਤਾ ਵਾਲਾ ਰੱਖਿਆ, ਜਿਹੜਾ ਉਹਨਾਂ ਨੇ ਦੂਰੇ ਮੱਥਾ ਟੇਕਦਾ ਵੀ ਇਹ ਤੁਹਾਨੂੰ ਹੀ ਮੁਬਾਰਕ ਹੋਵੇ, ਸਾਡੇ ਵੱਸ ਦੀ ਗੱਲ ਨਹੀਂ। ਸਭ ਤੋਂ ਸੌਖਾ ਕੰਮ ਸੀ ਪਰਮਾਤਮਾ ਨੂੰ ਮਿਲਣਾ, ਜਿਹਨੂੰ ਅਸੀਂ ਸਭ ਤੋਂ ਔਖਾ ਕਰਕੇ ਪੇਸ਼ ਕੀਤਾ। ਤੁਸੀਂ ਆਪਣਾ ਇਤਿਹਾਸ ਦੱਸੋਗੇ ਤੇ ਉਹ ਆਪਣੇ ਆਪ ਸਾਡੀ ਲਾਈਨ ਤੇ ਆ ਜਾਣਗੇ। ਜੇ ਉਹਨਾਂ ਨੂੰ ਦੱਸਣ ਤੋਂ ਪਹਿਲਾਂ ਹੀ ਭਜਾ ਦੋਗੇ, ਫਿਰ ਉਹ ਕਿਵੇਂ ਕੋਲ ਆਉਣਗੇ? ਗੁਰੂ ਨਾਨਕ ਸਾਹਿਬ ਨੇ ਇੱਕ, ਚਲੋ ਗੱਲਾਂ ਵਿੱਚੋਂ ਨਿਕਲ ਆਈਆਂ, ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਣਿਆ। ਇੱਕ ਮੁਸਲਮਾਨ ਲਿਖਾਰੀ ਨੇ ਲਿਖਿਆ, ਰਾਈਟਰ ਨੇ ਲਿਖਿਆ, ਉਹਨੇ ਆਪਣੇ ਇਸਲਾਮ ਵਾਲਿਆਂ ਨੂੰ ਤਾਕੀਦ ਕੀਤੀ, ਉਹਨਾਂ ਨੂੰ ਬੇਨਤੀ ਕਰ ਲਓ, ਮਸ਼ਵਰਾ ਦਿੱਤਾ। ਉਹ ਕਹਿੰਦਾ, ਜੇ ਪੂਰੇ ਸੰਸਾਰ ਵਿੱਚ ਤੁਸੀਂ ਆਪਣੇ ਧਰਮ ਦਾ ਵਾਧਾ ਕਰਨਾ ਚਾਹੁੰਦੇ ਹੋ, ਫਿਰ ਇਹ ਗੁਰੂ ਨਾਨਕ ਸਾਹਿਬ ਤੋਂ ਸਿੱਖੋ। ਜਿਹੜੇ ਰੰਗ ਦੀ ਅੱਜ ਦੁਨੀਆ ਨੂੰ ਲੋੜ ਹੈ, ਉਸ ਰੰਗ ਦਾ ਨਾਮ ਪ੍ਰੇਮ ਹੈ। ਦੁਨੀਆ ਅੱਜ ਪ੍ਰੇਮ ਰੰਗ ਦੀ ਭੁੱਖੀ ਹੈ। ਦੁਨੀਆ ਅੱਜ ਸਦਭਾਵਨਾ ਦੇ ਰੰਗ ਦੀ ਭੁੱਖੀ ਹੈ। ਦੁਨੀਆ ਅੱਜ ਸਾਂਝੀਵਾਲਤਾ ਦੇ ਰੰਗ ਦੀ ਭੁੱਖੀ ਹੈ। ਇਹ ਰੰਗ ਦੀ ਮਟਕੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਤੇ ਪਈ ਹੈ। ਉਸ ਰੰਗ ਦੀ ਮਟਕੀ ਨੂੰ ਲੈ ਆਓ ਤੇ ਸੰਸਾਰ ਵਿੱਚ ਛਿੱਟਾ ਦਿਓ, ਲੋਕ ਤੁਹਾਡੇ ਪਿੱਛੇ ਪਿੱਛੇ ਆਉਣਗੇ। ਗੁਰੂ ਨਾਨਕ ਸਾਹਿਬ ਨੇ ਇਹ ਪ੍ਰੇਮ ਦਾ ਛਿੱਟਾ ਦੁਨੀਆ 'ਚ ਮਾਰਿਆ, 2.5 ਕਰੋੜ ਲੋਕਾਂ ਨੂੰ ਆਪਣੇ ਉਸ ਸਮੇਂ 'ਚ ਸਿੱਖੀ ਨਾਲ ਜੋੜਿਆ।
2.5 ਕਰੋੜ ਲੋਕਾਂ ਨੂੰ ਅੱਜ ਵਰਗੇ ਸਾਧਨ ਕੋਈ ਨਹੀਂ, ਜਿੱਥੇ ਗਏ ਤੁਰ ਕੇ ਹੀ ਗਏ। 50,000 ਦੇ ਕਰੀਬ ਕਿਲੋਮੀਟਰ ਸਫ਼ਰ ਜਿਹੜਾ ਪੈਦਲ ਕੀਤਾ, ਪਰਮਾਤਮਾ ਦਾ ਸੁਨੇਹਾ ਦੇਣਾ ਸੀ, ਅਕਾਲ ਪੁਰਖ ਦਾ ਸੁਨੇਹਾ ਦੇਣ, ਜਿਹੜਾ ਪਰਮਾਤਮਾ ਦੇ ਘਰ ਤੋਂ ਰਾਜ ਜੋਗ ਤਖਤ ਜਿਹੜਾ ਰੱਬ ਨੇ ਗੁਰੂ ਨਾਨਕ ਸਾਹਿਬ ਨੂੰ ਦੇ ਕੇ ਭੇਜਿਆ, ਇਹ ਦੁਨੀਆ ਨੂੰ ਦੱਸਣਾ ਸੀ ਭਾਈ ਪਰਮਾਤਮਾ ਚਾਹੁੰਦਾ ਕੀ ਹੈ। ਪਰਮਾਤਮਾ ਦੇ ਤੁਸੀਂ ਬੱਚੇ ਹੋ, ਤੁਸੀਂ ਸਾਰੇ ਪਰਮਾਤਮਾ ਦੀ ਔਲਾਦ ਹੋ। ਪਰਮਾਤਮਾ ਬਸ ਆਹ ਗੱਲਾਂ ਉਹਨੂੰ ਨਹੀਂ ਪਸੰਦ, ਛੱਡ ਦਿਓ, ਆਹ ਗੱਲਾਂ ਤੇ ਰੱਬ ਖੁਸ਼ ਹੁੰਦਾ, ਤੁਸੀਂ ਅਪਣਾ ਲਓ। ਕੀ ਗਲਤ ਸੀ ਇਹਦੇ ਚ? ਇੰਨਾ ਸੌਖਾ ਦੁਨੀਆ ਨੂੰ ਦੱਸਿਆ, ਪਰ ਸਾਡੇ ਕੋਲੇ ਅੱਜ ਉਹ ਲਿਆਕਤ ਨਹੀਂ ਰਹੀ, ਸਾਡੇ ਕੋਲੇ ਉਹ ਜੇ ਸ਼ਬਦ ਨਹੀਂ ਰਹੇ ਜਿਵੇਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਐਡੇ ਪ੍ਰੇਮ ਵਿੱਚ, ਐਡੇ ਪ੍ਰੇਮ ਦੇ ਰੰਗ ਵਿੱਚ ਸੰਸਾਰ ਨੂੰ ਰੰਗਿਆ। ਤੇ ਮਾਰੇ ਤਾਂ ਹੀ ਭਾਈ ਗੁਰਦਾਸ ਸਾਹਿਬ ਨੇ ਪਤਾ ਕੀ ਕਿਹਾ? ਭੱਟ ਸਾਹਿਬਾਨ ਕੀ ਕਹਿ ਰਿਹਾ? ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ। ਗੁਰੂ ਨਾਨਕ ਸਾਹਿਬ ਆਏ, ਸੰਸਾਰ ਵਿੱਚ ਆਨੰਦ ਵਰਤ ਗਿਆ। ਕੈਸਾ ਗੁਰੂ ਹੋਏਗਾ? ਕਿਉਂਕਿ ਉਸ ਵੇਲੇ ਲੋਕ ਆਪਸ ਵਿੱਚ ਲੜ ਰਹੇ ਨੇ, ਮਰ ਰਹੇ ਨੇ, ਨਫ਼ਰਤ ਕਰ ਰਹੇ ਨੇ, ਜਾਤ ਪਾਤ ਦੀਆਂ ਲੜਾਈਆਂ, ਧਰਮਾਂ ਦੀਆਂ ਲੜਾਈਆਂ, ਮੰਦਿਰ ਮਸੀਤ ਦੀਆਂ ਲੜਾਈਆਂ, ਇੰਨੀਆਂ ਲੜਾਈਆਂ ਵਿੱਚ ਸੱਚ ਕਿਨਾਰੇ ਰਹਿ ਗਿਆ। ਖਹਿ ਮਰਦੇ ਬਾਹਮਣ ਮੁਲਾਣੇ, ਆਪਸ ਵਿੱਚ ਧਰਮੀ ਲੋਕ ਲੜ ਰਹੇ ਆ। ਤੇ ਇਹੋ ਜਿਹੇ ਹਾਲਾਤਾਂ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਏ, ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ। ਤੇ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਆ? ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਆਏ, ਸੰਸਾਰ ਵਿੱਚ ਜਿਹੜਾ ਉਹ ਆਨੰਦ ਪਰਸ ਗਿਆ, ਵਰਤ ਗਿਆ। ਤੇ ਅੱਜ ਭਾਈ ਉਹ ਆਨੰਦ ਵਰਤਾਉਣ ਵਾਸਤੇ ਉਹ ਰਾਜ ਜੋਗ ਦਾ ਤਖਤ ਹੁਣ ਅੱਗੇ ਅੱਗੇ ਤੁਰਦਾ ਜਾ ਰਿਹਾ ਹੈ। ਮਹਾਰਾਜ ਕਹਿੰਦੇ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ, ਗੁਰ ਅੰਗਦ ਦਿਓ ਨਿਧਾਨ। ਹੁਣ ਇਹ ਰਾਜ ਜੋਗ ਦਾ ਤਖਤ ਗੁਰੂ ਅੰਗਦ ਦੇ ਪਾਤਸ਼ਾਹ ਕੋਲ ਚਲਿਆ ਗਿਆ। ਦੇਖੋ ਇਹ ਤਖਤ ਪਰਮਾਤਮਾ ਦੇ ਘਰ ਤੋਂ ਆਇਆ, ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਰਾਜ ਜੋਗ ਦਾ ਤਖਤ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਬਖਸ਼ ਦਿੱਤਾ। ਉਸ ਤਖਤ ਤੇ ਬੈਠੇ ਨੇ, ਜਿਸ ਤਖਤ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਕਹਿ ਰਿਹਾ ਭਾਈ ਸਿੱਖੋ ਮੇਰਾ ਹੁਕਮ ਨਹੀਂ, ਮੇਰਾ ਹੁਕਮ ਨਹੀਂ। ਅੱਜ ਜਿਹੜਾ ਅਸੀਂ ਦੋਹਰਾ ਪੜ੍ਹਦੇ ਆ, ਉਸ ਦੋਹਰੇ ਵਿੱਚ ਮਹਾਰਾਜ ਨੇ ਇੱਕ ਥੋੜਾ ਕਿਤੇ ਲਿਖਿਆ, ਉਹ ਭੱਟ ਨਰਬਦ ਸਿੰਘ ਨੇ ਜਿਹੜੀ ਗੋਹ ਪੋਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਤਲੇ 52 ਬਚਨਾਂ ਵਾਲੀ ਲਿਖੀ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਿਰਾਜਮਾਨ ਗਏ, ਉਸ ਪੋਥੀ ਜਿਹੜਾ ਦੋਹਰਾ ਲਿਖਿਆ, ਆਗਿਆ ਭਈ ਅਕਾਲ ਕੀ, ਅਕਾਲ ਦੀ ਆਗਿਆ ਹੈ, ਮੇਰੀ ਨਹੀਂ। ਕੀ ਆਗਿਆ? ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਹੁਣ ਇਹ ਚ ਮਾਰੇ ਕਹਿੰਦੇ ਮੇਰੀ ਆਗਿਆ ਨਹੀਂ, ਕਿਉਂਕਿ ਅਕਾਲ ਦੀ ਆਗਿਆ, ਅਕਾਲ ਦੀ ਆਗਿਆ, ਇਸ ਕਰਕੇ ਇਹ ਰਾਜ ਜੋਗ ਦਾ ਤਖਤ ਅਕਾਲ ਨੇ ਦਿੱਤਾ। ਬਾਣੀ ਚ ਕਿਤੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਕਹਿਣਾ ਤੁਸੀਂ ਐਂ ਕਰੋ, ਮੈਂ ਤੁਹਾਨੂੰ ਆਹ ਕਹਿ ਕੇ ਚੱਲੇ ਆਏ ਕਰੋ। ਮੈਂ ਤਾਂ ਮਾਰੇ ਰਾਖੀ ਨਹੀਂ ਨਾ ਰਹੇ, ਸਾਰੀ ਗੱਲ ਪਰਮਾਤਮਾ ਨਾਲ ਹੋ ਰਹੀ ਹੈ। ਪਰਮਾਤਮਾ ਦਾ ਹੁਕਮ ਮਹਾਰਾਜ ਨੇ ਤਾਂ ਸਪਸ਼ਟ ਕਰ ਦਿੱਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਭਾਈ ਸਿੱਖੋ, ਦੁਨੀਆ ਵਾਲਿਓ, ਜਿਹੜਾ ਕੋਈ ਬਚਨ ਮੇਰੀ ਰਸਨਾ ਤੇ ਰੱਬ ਬੋਲ ਰਿਹਾ ਬੈਠ ਕੇ, ਇਹ ਸਾਰੇ ਬਚਨ ਉਸ ਪਰਮਾਤਮਾ ਦੇ ਆ, ਮੇਰਾ ਕੁਝ ਵੀ ਨਹੀਂ ਨਾ ਹੋ ਆਪੋਂ ਬੋਲਣਾ ਜਾਣਦਾ। ਮੈਂ ਕਹਿਆ ਸਭ ਹੁਕਮਾਓ ਜੀ, ਮੈਨੂੰ ਤਾਂ ਬੋਲਣਾ ਹੀ ਨਹੀਂ ਨਾ ਆਉਂਦਾ। ਇਹ ਸਾਰੇ ਬਚਨ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨੇ। ਅੱਜ ਉਹ ਭਾਈ ਰਾਜ ਜੋਗ ਦਾ ਤਖਤ ਜਿਹੜਾ ਹੈ, ਗੁਰ ਅੰਗਦ ਦਿਓ ਨਿਧਾਨ, ਅਕਥ ਕਥਾ ਗਿਆਨ ਜਿਹੜਾ ਹੈ, ਦਿਓ ਦਾ ਮਤਲਬ ਦਿੱਤਾ, ਨਿਧਾਨ ਦਾ ਮਤਲਬ ਖਜ਼ਾਨਾ। ਰਾਜ ਜੋਗ ਤਖਤ ਵੀ ਦਿੱਤਾ ਤੇ ਨਾਲ ਮਹਾਰਾਜ ਸਾਹਿਬ ਕਹਿਣ ਲੱਗੇ ਨੇ ਉਹ ਖਜ਼ਾਨਾ, ਦੇਵੀ ਗੁਣਾਂ ਦਾ ਖਜ਼ਾਨਾ ਵੀ ਪਰਮਾਤਮਾ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਨੂੰ ਬਖਸ਼ ਦਿੱਤਾ। ਤੇ ਉਸ ਗਿਆਨ ਦੇ ਨਾਲ ਫਿਰ ਅਕਥ ਕਥਾ ਗਿਆਨ, ਉਹ ਗਿਆਨ, ਉਹ ਦੇਵੀ ਗੁਣਾਂ ਦਾ ਖਜ਼ਾਨਾ ਦਿੱਤਾ ਜਿਹੜਾ ਅਕਥ, ਕਥਨ ਤੋਂ ਰਹਿਤ ਹੈ, ਕਥਿਆ ਨਹੀਂ ਜਾ ਸਕਦਾ। ਤੇ ਉਸ ਗਿਆਨ ਨਾਲ ਕੀ ਕੀਤਾ? ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ। ਜਿਹੜੇ ਪੰਜ ਭੂਤ, ਭੂਤ ਮਤਲਬ ਕੀ ਆਪਾਂ ਸਮਝਦੇ ਪਿੰਡਾਂ ਚ ਕਹਿੰਦੇ ਜਿਹਨੂੰ ਭੂਤ ਚੁੰਬੜਿਆ ਹੋਇਆ। ਸਾਡੇ ਘਰ ਭੂਤ ਇਹਨਾਂ ਚੱਕਰਾਂ ਚ ਬਹੁਤ ਆ ਨਾ ਸੀ। ਭੂਤ ਜਿਹੜਾ ਦਿਸਦਾ ਨਹੀਂ ਲੇਕਿਨ ਕਰ ਬਹੁਤ ਕੁਛ ਰਿਹਾ। ਇੱਕ ਤੇ ਅਲਮਾਰੀ ਚੋਂ ਚੱਕ ਕੇ ਦੂਜੀ ਦੀ ਅਲਮਾਰੀ 'ਚ ਕੱਪੜੇ ਰੱਖ ਦਿੱਤੇ, ਕਹਿੰਦਾ ਕੌਣ ਰੱਖ ਗਿਆ, ਪਤਾ ਹੀ ਨਹੀਂ ਕੌਣ ਰੱਖ ਗਿਆ, ਸਾਰਾ ਟੱਬਰ ਲੜ ਰਿਹਾ। ਤੇ ਜਿਹੜੇ ਅੰਦਰ ਪੰਜ ਵਿਕਾਰ ਇਹ ਭੂਤ ਨੇ, ਕਾਮ ਕੀ ਕਰ ਜਾਂਦਾ ਪਤਾ ਹੀ ਨਹੀਂ ਲੱਗਦਾ, ਕੋਟੇ ਸਰੀਰ ਨੂੰ ਪੈ ਰਹੀ ਆ। ਲੋਭ ਕੀ ਕਰ ਗਿਆ? ਭੂਤ ਦਿਸ ਨਹੀਂ ਰਿਹਾ ਲੇਕਿਨ ਮਾੜਾ ਕੰਮ ਕਰ ਗਿਆ।
ਤੇ ਸਜ਼ਾਵਾਂ ਇਹ ਸਰੀਰ ਭੋਗ ਰਿਹਾ, ਉਹ ਭੂਤਾਂ ਵਰਗੇ ਪੰਜ ਵਿਕਾਰ ਅੰਦਰ ਕੋਈ ਕਦੇ ਕੋਈ ਕੁਛ ਕਰ ਜਾਂਦਾ ਹੈ, ਕਦੇ ਕੋਈ ਕੁਛ ਕਰ ਜਾਂਦਾ ਹੈ, ਤੇ ਸਜ਼ਾਵਾਂ ਇਹ ਜਿੰਦ ਭੋਗ ਰਹੀ ਆ। ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਰਾਜ ਜੋਗ ਦੇ ਤਖਤ ਤੇ ਬੈਠ ਕੇ ਰੱਬ ਦੇ ਦਿੱਤੇ ਹੋਏ ਗਿਆਨ ਨਾਲ ਇਹ ਪੰਜ ਭੂਤ ਬਸ ਕੀਨੇ, ਇਹ ਬਸ ਵਿੱਚ ਕਰ ਲੈ, ਜਮਤ ਨਾ ਤਰਾਸ। ਹੁਣ ਮਹਾਰਾਜ ਸਾਹਿਬ ਕਹਿੰਦੇ ਆ, ਜਿਹੜਾ ਇਹ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ। ਸਾਰੇ ਸੰਸਾਰ ਵਿੱਚ ਗਿਆਨ ਦਾ ਚਾਨਣ ਹੋਇਆ, ਗੁਰ ਅੰਗਦ ਦਿਓ ਨਿਦਾਨ, ਆ ਕਥ ਕਥਾ ਗਿਆਨ, ਪੰਜ ਭੂਤ ਬਸ ਕੀਨੇ, ਜਮਤ ਨਾ ਤਰਾਸ। ਹੁਣ ਇਹ ਰਾਜ ਜੋਗ ਦਾ ਤਖਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋਲ ਚੱਲਿਆ। ਗੁਰ ਅਮਰ ਗੁਰੂ ਸ਼੍ਰੀ ਸਤ, ਇਹ ਰਾਜ ਜੋਗ ਦੇ ਤਖਤ ਤੇ ਕੌਣ ਆਇਆ? ਗੁਰੂ ਅਮਰਦਾਸ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਆ ਕੇ ਬੈਠ ਗਏ। ਤਾਂ ਮਾਰੇ ਕਹਿ ਰਿਹਾ ਕਰ ਜੋਗ ਰਾਖੀ ਪਤ। ਗੁਰੂ ਅਮਰਦਾਸ ਪਾਤਸ਼ਾਹ ਐਡੀਆਂ ਬਖਸ਼ਿਸ਼ਾਂ ਲੈ ਕੇ ਇਸ ਤਖਤ ਤੇ ਬੈਠੇ। ਪਟ ਨਲ ਜੀ ਕਹਿੰਦੇ ਜੇ ਕੋਈ ਕਲਯੁਗ ਵਿੱਚ ਪਤ ਰੱਖ ਸਕਦਾ ਉਹਦਾ ਨਾਮ ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਅਮਰਦਾਸ ਰਾਜ ਜੋਗ ਦੇ ਤਖਤ ਤੇ ਬੈਠੇ। ਗੁਰ ਅਮਰ ਸ਼੍ਰੀ ਸਤ ਕਲਯੁਗ ਰਾਖੀ ਪਤ, ਗੁਰ ਅਮਰ ਗੁਰੂ ਸ਼੍ਰੀ ਸਤ ਕਲਯੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਮਲ ਜਾਸ। ਗੁਰੂ ਅਮਰਦਾਸ ਦੇ ਚਰਨਾਂ ਦੀ ਐਡੀ ਬਰਕਤ ਗਏ, ਜਿੰਨੇ ਜਨਮਾਂ ਜਨਮਾਂ ਦੇ ਪਾਪ ਸੀ ਸਾਰੇ ਦੌੜ ਗਏ। ਉਹ ਸਾਰੇ ਪਾਪ ਖਤਮ ਹੋ ਗਏ ਤੇ ਸਾਰੇ ਪਾਪ ਜਦੋਂ ਇਹ ਜੀਵਨ ਵਿੱਚੋਂ ਮੁੱਕ ਗਏ, ਕਲਯੁਗ ਦੇ ਪਾਪ ਜਿੰਨੇ ਵੀ ਸਨ ਉਹ ਸਾਰੇ ਭੱਜ ਗਏ ਤੇ ਸਮਾਂ ਹੁਣ ਆਪਣੀ ਤੋਰ ਅੱਗੇ ਤੁਰਦਾ ਗਿਆ। ਇਹ ਰਾਜਯੋਗ ਦੇ ਤਖਤ ਤੇ ਧੰਨ ਗੁਰੂ ਅਮਰਦਾਸ 22 ਸਾਲ ਬੈਠੇ ਆ। ਹੁਣ 22 ਸਾਲਾਂ ਬਾਅਦ, 22 ਸਾਲਾਂ ਦੀ ਸੇਵਾ ਦੇ ਬਾਅਦ, ਚਲੋ ਸਾਡੇ ਕੋਲ ਇਤਿਹਾਸ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਸੇਵਾਵਾਂ ਦੀਆਂ ਬਹੁਤੀਆਂ ਕੋਈ ਸਾਖੀਆਂ ਨਹੀਂ ਮਿਲਦੀਆਂ, ਪਰ ਜਿੰਨੀਆਂ ਵੀ ਮਿਲਦੀਆਂ ਨੇ ਉਹ ਤਾਂ ਨਾਸਤਕ ਨੂੰ ਆਸਤਕ ਬਣਾਉਣ ਵਾਲੀਆਂ ਨੇ। ਜਿਹੜੇ ਕਹਿੰਦੇ ਆ ਵੀ ਸੇਵਾ ਦਾ ਸਮਾਂ ਨਹੀਂ, ਉਹਨਾਂ ਨੂੰ ਸੇਵਾ ਕਰਨ ਲਈ ਮਜਬੂਰ ਕਰਨ ਵਾਲੀਆਂ ਸਾਖੀਆਂ ਨੇ। ਜਿੰਨੀਆਂ ਕਿ ਸੇਵਾ ਦੀਆਂ ਉਦਾਹਰਨਾਂ ਇਤਿਹਾਸ ਵਿੱਚੋਂ ਮਿਲਦੀਆਂ। ਇੱਥੇ ਜਿਹੜਾ ਕਦੇ ਵੀ ਗੁਰੂ ਘਰ ਨਹੀਂ ਆਉਂਦਾ, ਉਹ ਵੀ ਉਹਨੂੰ ਜੇ ਪੁੱਛੋ ਕਿੱਥੇ ਚੱਲਿਆ, ਉਹ ਕਹਿੰਦਾ ਸੇਵਾ ਕਰਨ ਚੱਲਿਆ ਗੁਰੂ ਘਰ। ਗੁਰੂ ਰਾਮਦਾਸ ਮਹਾਰਾਜ ਦੇ ਕੋਲ ਕੈਸੀ ਦਲੀਲ, ਕੈਸੀ ਬਖਸ਼ੀਸ਼ ਗੁਰੂ ਅਮਰਦਾਸ ਮਹਾਰਾਜ ਦੀ। ਜਦੋਂ ਲਾਹੌਰ ਸਵਾਲਾਂ ਦੇ ਜਵਾਬ ਦਿੱਤੇ, ਐਡੇ ਭਾਵਪੂਰਤ ਅੰਦਾਜ਼ ਵਿੱਚ ਜਵਾਬ ਦਿੱਤੇ, ਐਡੇ ਕਰੁਣਾ ਰਸ ਵਿੱਚ ਜਵਾਬ ਦਿੱਤੇ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਅਕਬਰ ਬਾਦਸ਼ਾਹ ਨੂੰ ਮਜਬੂਰ ਕਰ ਦਿੱਤਾ ਗੋਇੰਦਵਾਲ ਸਾਹਿਬ ਆਉਣ ਵਾਸਤੇ। ਕਿੱਡੀ ਸਿੱਖੀ ਦੀ ਕਮਾਲ ਦੀ ਵਿਆਖਿਆ ਕੀਤੀ ਹੋਏਗੀ ਬਾਬੇ ਜੇਠੇ ਨੇ ਉੱਤੇ, ਕਿੱਡਾ ਗਿਆਨ। ਇਹ ਸਾਰਾ ਗਿਆ, ਉਹ ਕਹਿੰਦੇ ਮੈਂ ਸਕੂਲ 'ਚ ਨਹੀਂ ਗਿਆ, ਮੈਂ ਕਿਸੇ ਵਿਦਿਅਕ ਅਦਾਰੇ 'ਚ ਨਹੀਂ ਪੜਿਆ, ਮਾਰੇ ਤੁਹਾਨੂੰ ਪਤਾ, ਪਰ ਸੇਵਾ ਵਿੱਚ ਐਡੀ ਬਖਸ਼ਿਸ਼ ਹੈ ਭਾਈ। ਇੱਥੇ ਪੜਿਆ ਅਨਪੜਿਆ ਪਰਮਗਤ ਪਾਵੇ। ਇਹ ਤਾਂ ਅਨਪੜਾਂ ਨੂੰ ਵੱਡੇ ਵੱਡੇ ਗੁਣੀ ਗਿਆਨੀਆਂ ਦੇ ਮੁਕਾਬਲੇ 'ਚ ਬਿਠਾ ਦਿੰਦੀ ਆ। ਇਹ ਸੇਵਾ ਤਾਂ ਐਡੇ ਕਮਾਲ ਦੀ ਆ, ਜਿਹੜਾ ਭਾਵਨਾ ਨਾਲ ਸੇਵਾ ਕਰੇ, ਭਾਈ ਛੱਜੂ ਵਰਗੇ, ਪੰਡਤ ਲਾਲ ਚੰਦ ਵਰਗਿਆਂ ਨੂੰ ਨੀਵੀਂ ਥਾਂ ਬਿਠਾ ਲੈਂਦੇ ਆ। ਇਹ ਸੇਵਾ ਦੀ ਬਰਕਤ। ਸੇਵਾ ਕਰਨ ਵਾਲਿਆ ਹੁਣ ਦੇਖੋ, ਅਨਾਥ, ਯਤੀਮ, ਬੇਸਹਾਰਾ, ਕੁਚਣਾ, ਬੜਾ ਕੁਛ ਕਿਹਾ। ਮੈਂ ਇੱਕ ਬੇਨਤੀ ਵਿੱਚ ਹੋਰ ਕਰਨੀ ਚਾਹੁੰਦਾ। ਅਸੀਂ ਕਹਿੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਯਤੀਮ ਹੋਏ। ਚਲੋ ਬਚਪਨ ਜਦੋਂ ਉਹਨਾਂ ਦਾ ਜਨਮ ਪ੍ਰਕਾਸ਼ ਹੋਇਆ, ਮਾਂ-ਬਾਪ ਸਨ। ਛੋਟੇ ਭੈਣ ਭਰਾ ਦਾ ਜ਼ਿਕਰ ਸਰੂਪਦਾਸ ਭੱਲਾ ਜੀ ਨੇ ਕੀਤਾ। ਲਾਹੌਰ ਪਰਿਵਾਰ, ਸ਼ਰੀਕਾ, ਕਬੀਲਾ, ਘਰ-ਬਾਰ ਸਾਰਾ ਕੁਛ ਹੈ। 7 ਸਾਲਾਂ ਤੱਕ ਉਹ ਯਤੀਮ ਹੋ ਗਏ, ਅਨਾਥ ਹੋ ਗਏ, ਬੇਸਹਾਰਾ ਹੋ ਗਏ। ਤੇ ਇੱਕ ਪਾਸੇ ਮਾਰੇ ਕਹਿੰਦੇ ਆ ਦਾਤ ਜੋਤ ਖਸਮੈ ਵਡਿਆਈ, ਸਤਿਗੁਰ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਆ ਹੁਣ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਰੇ ਪਰਿਵਾਰ ਨੂੰ ਕੋਲ ਬਿਠਾ ਕੇ ਕਿਹਾ ਸਤਿਗੁਰ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਆਪਣੀ ਹਯਾਤੀ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਰਾਜ ਜੋਗ ਦੇ ਤਖਤ ਤੇ ਬਿਠਾਇਆ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਾਰੇ ਪਰਿਵਾਰ ਨੂੰ ਕੋਲ ਬਿਠਾਇਆ ਤੇ ਕਿਹਾ ਮੈਂ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਦਾ ਤੇ ਮੇਰੇ ਪਿੱਛੇ ਤੁਸੀਂ ਵੀ ਮੱਥਾ ਟੇਕੋ। ਮੋਰੀ ਪੁੱਤ ਸਨਮੁਖ ਹੋਆ। ਮਹਾਰਾਜ ਸਾਹਿਬ ਦਾ ਪੁੱਤਰ ਜਿਹੜਾ ਹੈ ਉਹ ਸਨਮੁਖ ਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਮਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜੈ ਪੁਰਾਣ ਜੀਓ। ਮਹਾਰਾਜ ਨੇ ਆਪਣੇ ਅੰਤਲੇ ਵੇਲੇ ਸਭ ਨੂੰ ਕੋਲ ਬਿਠਾਇਆ, ਹਰ ਕਥਾ ਪੜੀਐ, ਹਰ ਨਾਮ ਸੁਣੀਐ। तो महाराज साहब कह रहे बेबान हर रंग गुर भावे, पिंड पतल किरिया दीवा फुल हर सर पावे। हर पाया
सतगुर बोलिया। हर पाया सतगुर। हुण पिछे हुक्म देखो जिहदा राज जोग जिन्हें दिता, ये हुक्म भी उसे दा। गुरु साहब कहते मैं तो सिर्फ बोलिया भाई, पाया तो परमात्मा नूं है ना। हर पाया परमात्मा नूं पाया, सतगुर बोलिया तां मैं बोलिया। की बोले महाराज? हर मिलिया पुरख सजान जियो। मैनू आ सियाणा पुरख मिल गया, मैनू दानशमंद, मैनू काबल मिल गया, मैनू इस राजयोग के तख्त ते बैठण दा लायक ओ मिल गया है। रामदास सोढी तिलक दिया, गुर शब्द सच निशान जियो। अज राजयोग के तख्त ते बिठा के कोई केसर का टिक्का नहीं लाया, कोई हल्दी का टिक्का नहीं लाया। मारे कहते गुर शब्द सच निशान जियो। सच्चे शब्द का निशान जिहड़ा है वह धन गुरु अमरदास पातशाह ने कहन लगे, धन गुरु रामदास महाराज दे मस्तक ते ला के कह दिता, भाई गुरसिखो अज तो तुहाडे गुरु धन धन श्री गुरु रामदास पातशाह ने, अज तो तुहाडे, अज इउं लग रहा जिवें गुरु अमरदास ही गुरु रामदास हो गए। ते महाराज ने जदों कहा सतगुर पुरख जे बोलिया, देखो मैं कहना सिख किड्डे किड्डे भावना वाले, किड्डे वडभागे ने। इको ही वारी सतगुरां ने बोलिया, सतगुर पुरख जे बोलिया, गुर सिखा मन लई रजाए जियो। सारे सिखा ने मन लिया, गुरु का हुक्म मन लिया। 450 साल हो गए सानू पढ़दिया सुनदिया कि आज्ञा भई अकाल की तवे चलायो पंथ, सब सिखन को हुक्म है गुरु मान्यो ग्रंथ। पर असी हले तक पूरी तरह गुरु ग्रंथ साहब नूं नहीं मनन लगे। महाराज केड़े वेले में दोहरा पढ़ते आ रहे हैं, 450 साल आ शब्दां नूं। 1574 की बात है, अज 2023 चलता, कैलकुलेट मेरे ख्याल 449 साल बनते हैं। चलो 450 साल ते उदों सिखा ने मन्निया, गुर सिखा मन लई रजाए जियो। मोरी पुत सन्मुख होया, रामदासा पैरी पाए जियो। सब पवै प्यारी सतगुर केरी। मारे कहंदे जिथे गुरु आप रखिया, गुरु ने अपना आप जिथे रखिया, सारी संगत पैरी पै गई। कोई कर वकीली निवा नहीं, फिर सतगुर आन निवाया। ते गुहार गुर है भाणा दी वडियाई। मारे कहंदे तुर लिखिया लेख रजाए जियो। कह सुंदर सुनो संतो सब जगत पैरी पाए जियो। सारा संसार अज गुरु रामदास साहब दे पैरी पै गया। पर यह गुरु रामदास महाराज दी लीला है, यह परमात्मा दे चोज ने। असी कहने जी यतीम हो गए, वो यतीम। तुसीं एक बेनती होर सुनियो, कईयां नूं विरासत दे विच बादशाहियां मिलियां, विरासत दे विच बादशाहियां मिलियां, जमदे वो बादशाह बने, राजकुमार बने, चवरा छतरा तख्तां दे मालक बने जदों जन्म होया, क्योंकि विरासत विच मिलिया। पर अंत वेले तक उन्हां कोले बादशाहियां नहीं सी रहियां। अंत वेले तां यतीमां दी तरह मरे ने, अंत वेले तां वो राज भाग तो खुआर होके मरे ने। किसे ना किसे ने उन्हां नूं कतल करके इस दुनिया तो नरक वल नूं तोरिया। जिन्हां दी शुरुआत बादशाहत विच होई, मरन लगे यतीमां दी तरह मरे। वाह वाह धन गुरु रामदास पातशाह, तुहाडा बचपन यतीमां वाला, तुहाडा बचपन अनाथां वाला, तुहाडा बचपन बेसहारियां वाला। पर जान वेले तुसी यतीम नहीं सी, जान वेले तुसी अनाथ नहीं सी, शरीर विचोला त्यागण तक तुसी बेसहारा नहीं सी। उदों तक तां तुसी बैठा सोढी पातशाह रामदास सतगुरु कहावे, उदों तक तां तुसी धन धन श्री गुरु रामदास पातशाह बन गए। ये तुहाडी अचरज बात है। तुसी अंतले वेले तक यतीम नहीं रहे, अनाथ बेसहारा नहीं रहे, उदों तुसी चवरा छतरा तख्तां दे मालक बन गए सो। ते ये चवर छतर तख्त अज भी तुहाडे जुगो जुग अटल ने, अज भी तुहाडे ते चवर छतर तख्त झूल रहे ने। ये तां गुरु साहब ने एक साडे सामने इवें दा जीवन जिउं के विखाया, जिवें गुरु नानक साहब आदि काल तो गुरु ने। पर भाई गुरदास कह रहा भारी करी तपस्या वड्डे भाग हरस्यों बन आई। गुरु नानक साहब जे आदि काल तो गुरु है, फिर भगती करने की लोड़। लेकिन भगती करके दिखाई गुरसिखो, भगती करना जीवन का अंग बनाओ। अमृत वेले आप उठे के सिखो, अमृत वेला संभालना है। नितनेम आप करते रहे, ओ जपजी साहब का पाठ आप करते रहे। जेड़ा जपजी साहब धन गुरु ग्रंथ साहब महाराज की बाणी च प्रथम रख दिता, साडे नितनेम की बाणी च प्रथम रख दिता। उस जपजी साहब नूं गुरु नानक साहब ने आप भी पढ़िया, 18 साल पढ़िया। बाकी सारे गुरु साहबाना ने पढ़िया। एक उवें दा जीवन जिउ के दिखा के गए
ते बाबा जेठा साहब जेड़े अनाथ 7 साल की उम्र तक हो गए, महाराज कहंदे जे एवें दा भाना भी सिखो जीवन विच वरत जाए, किसी दे ना वरते जे वरत जाए, पर बाबे जेठे दा जीवन पढ़ लियो, इन्नियां ठोकरां इन्ने दुनिया दे ताने मेहने बोलियां सहार के वो पूरे गुरु के चरणों में आया, सेवा नहीं छड़ी, दुनिया ने जो क्या अपनी झोली में पवा लिया, तन मन गुरु नूं समर्पण कर दिता। जेड़ा कहंदा सी मैं तो इस घर दा नौकर हाँ, मैं तो गुरु अमरदास तुहाडे घर दा चाकर हाँ, गुलाम हाँ, मैंबर हाँ, उस अनाथ सहारा बेसहारा यतीम नूं गुरु नानक साहब ने अपने घर दा मालिक ही बना दिता। ये जीवन जिउ के दिखा के गए, इन्ने दुखों विच रब नाल किवें जुड़ना है। लोग तैनूं ताने मारन तैं गुरु का दर नहीं छड्डना। कबीर मैं जानिया पढ़ वो भला, पढ़ बे स्यों पल जोग, भगत ना छोड़ो राम की, भावें निंदो लोग अब हम चली ठाकुर पैहार। जदों गुरु कोल आ गए फिर कोई भावें भला कहो भावें बुरा कहो, हम तन दियो है टार, लोकन की चतराई उपमा ते बै संतर जार, दुनिया जो मर्जी कवे गुरु का दर ना छड्डी। ये जीवन जिउ के दिखा के। खैर मैं अपनी गल ते आवां। धन गुरु रामदास पातशाह अज गुरता गद्दी ते विराजमान हो, बेअंत साखियां ने, लंबेरा इतिहास है, समा देख लो समाप्ति ते आ भी गया, सिर्फ 10 मिनट बचे। मैं एक को इतिहास को बेनती करके समाप्ति करनी है। गुरु रामदास दा दर की है? जिन्हें एक बार भी धन गुरु रामदास क्या, जिन्हें एक बार भावना नाल गुरु रामदास नूं डिठा, जिन्हें एक बार धन श्री गुरु रामदास साहब सच्चे पातशाह दे चरण पर से दर्शन किते, तो महाराज साहब कहंदे भाई वो निहाल हो गए, वो शाह बन गए। उन्होंने दे लोक परलोक दे संकट कटे गए, लोक परलोक दे सुख उन्होंने मिल गए, जिन्हां ने धन गुरु रामदास अपनी रसना तो एक बार कह दिता, इस घर की अजमत एडा बख्शिशां नाल भरिया होया यह घर है। तो महाराज साहब कह रहे हैं अज गुरु रामदास अमृतसर साहब की धरती नूं भाग लिया। 1570 विच गुरु अमरदास महाराज ने आप इस नगर की मोड़ी कड्डी, 4 पिंडां तो 700 अकबरी टकियां नाल यह हरमंदिर साहब जिथे अज विराजमान है, यह स्थान सुशोभित गए। गुरु अमरदास पातशाह ने यह मुल खरीदी 4 पिंडां की सांझी थां। कदे इस स्थान ते धन गुरु नानक दे पातशाह दे विचरण पे कीर्तन होया। पहली बार सी जदों पहली बार कीर्तन की समाप्ति ते अमृतसर साहब, उदों अमृतसर नहीं, उदों हरमंदिर साहब नहीं, उदों रामसर सरोवर नहीं, उदों सिर्फ एक रमणीक थां है। पहली बार भाई तारा चंद कड़ाह प्रसाद की देग बना के लिया। कीर्तन तो बाद वो देग वरताई गई ते भाई मरदाने ने कहा बाबा की शह है, बड़ी स्वाद है, होर मिलेगी? मारे कहते मिलेगी, पर याद रखी भाई मरदानिया ये धरती वसदी होएगी, इत्थे पुरख आएगा, धरती ये नगर वसदा होएगा, इत्थे भोग ते मोख दे लंगर दिन रात चलिया कर। ये गुरु नानक साहब दे बचन, जिथे अज सचखंड श्री हरमंदिर साहब, अज भोग मोख, भोग की है? तन की भुख मिटाउण लई लंगर, मोख दा अर्थ है मुक्ति, मुक्ति देण वाला उत्थे कीर्तन जिहड़ा है, हर वेले उत्थे कीर्तन की शहबर लगी हुई है। मैनूं लगदा वो ऐसा स्थान जिथे रात ही नहीं पैंदी। जदों रात नूं सुखासन हुंदा है, अमृत वेले की साफ सफाई वाले जथे आ जाते आ, फिर प्रकाश वाले सेवादार आ जाते आ, फिर ये पानी के प्रवाह चल पैंदे। तो पावन स्थान अज उस स्थान ते धन गुरु रामदास महाराज ने पूर्ण ताल खटाया, वो सरोवर बनाया जेड़ा जिन्ना मर्जी भर जाए, उत्थे कोई चिक्कड़ विच नहीं डुबदा, जिन्नी मर्जी उत्थे भीड़ हो जाए किसी का साह नहीं घुटदा। अज किन्नी संगत है उत्थे, किसी का दम नहीं, बल्कि शांति आउंदी है। बल्कि महाराज ने कह दिता वसदी सगन अपार, अनूप रामदासपुर उत्थे वसो संगणी है, पर किसी का दम नहीं घुटदा, साह नहीं घुटदा। इहो जिहा सरोवर खुदवाया जिथे ना डड्डू है ते ना बगला है। डड्डू आउंदे ने गणै गणै करन, किसी की भगती करदे दी लिव टुट सकती है। डड्डू आउणगे, डड्डू खाण लई बगला आएगा, दोवें बिरतियां प्रवान नहीं, क्योंकि डड्डू पानी विच भी रहिंदा है, पानी तो बाहर भी रहिंदा। मारे कहंदे इहो जे सिख नहीं चाहिए जेड़े बाणी पढ़दे भी कहण असीं जिउं रहे हां ते बाणी तो विछड़ के भी कहण असीं जिउं रहे हां। मैनूं तां सिख वो चाहिदा, मछली है उत्थे, मछली मच्छी दा। मारे हुण तुसीं वेखदे हो, पानी तो दूर करके वेखियो
ਉਹਨੂੰ ਮਹਾਰਾਜ ਨੇ ਸਾਡੇ ਤਰ੍ਹਾਂ ਸਾਹ ਲੈਣ ਵਾਸਤੇ ਨੱਕ ਨਹੀਂ ਲਾਇਆ। ਉਹਦੀ ਸਾਰੀ ਬੋਡੀ ਦੇ ਵਿੱਚ ਇਵੇਂ ਦੇ ਪ੍ਰਮਾਤਮਾ ਨੇ ਸਿਸਟਮ ਬਣਾਇਆ, ਸਾਰੀ ਬੋਡੀ ਵਿੱਚੋਂ ਪਾਣੀ ਚੋਂ ਆਕਸੀਜਨ ਮਿਲਦੀ, ਉਹਨੂੰ ਸਾਹ ਆਉਂਦਾ, ਪਾਣੀ ਤੋਂ ਬਾਹਰ ਕੱਢ ਦਿਓ ਤੜਫਦੀ ਹੈ। ਮਹਾਰਾਜ ਕਹਿੰਦੇ ਮੱਛੀ ਵਰਗੇ ਸਿੱਖ ਚਾਹੀਦੇ ਆ ਜਿਨ੍ਹਾਂ ਦਾ ਜੀਵਨ ਬਾਣੀ ਹੋਵੇ। ਜੇ ਬਾਣੀ ਨਾਲੋਂ ਵਿਛੋੜਾ ਪਵੇ ਤਾਂ ਉਹ ਰਸਨਾ ਤੋਂ ਕਹਿਣ ਆਖਾਂ ਜੀਵਾ ਵਿਸਰੈ ਮਰ ਜਾਓ। ਜੇ ਮੈਂ ਵਿਸਰਦਾ ਤਾਂ ਮੇਰੀ ਮੌਤ ਹੈ। ਉੱਥੇ ਡੱਡੂ ਜਾਂ ਬਗਲਾ ਬਿਰਤੀ ਪ੍ਰਵਾਨ ਨਹੀਂ। ਤਾਂ ਮਹਾਰਾਜ ਸਾਹਿਬ ਅੱਜ ਇਸ ਨਗਰ ਨੂੰ ਭਾਗ ਲਾ ਰਹੇ ਆ। ਇੱਥੇ ਚਲੋ ਮੈਂ ਹੁਣ ਸੰਖੇਪ ਚ ਇੱਕ ਬਾਤ ਹੋਰ ਪਾਉਣੀ ਆ ਕਿਉਂਕਿ ਸਮਾਂ ਬੜਾ ਸੀਮਾ ਚ ਹੈ। ਮੈਂ ਕਿਸੇ ਵੀ ਸਾਖੀ ਨੂੰ ਕਈ ਸਾਖੀਆਂ ਵਿਸਥਾਰ ਮੰਗਦੀਆਂ ਤਾਂ ਕਿ ਉਹਦਾ ਆਨੰਦ ਵੀ ਆਵੇ, ਰਸ ਵੀ ਆਵੇ ਤੇ ਸਾਨੂੰ ਸਿੱਖਿਆ ਮਿਲੇ। ਗੁਰੂ ਰਾਮਦਾਸ ਪਾਤਸ਼ਾਹ ਨੇ ਬੇਅੰਤ ਬਖਸ਼ਾਂ ਸਾਨੂੰ ਪ੍ਰਮਾਤਮਾ ਦੀ ਖੁਸ਼ੀ ਲੈਣ ਦੇ ਸਾਰੇ ਉਹ ਮਹਾਰਾਜ ਸਾਹਿਬ ਨੇ ਗੁਣ ਸਿਖਾਏ। ਗੁਰੂ ਰਾਮਦਾਸ ਮਹਾਰਾਜ ਕੋਲ ਗੁਰਤਾ ਗੱਦੀ ਆਉਣ ਦੇ ਬੜੇ ਕਾਰਨ ਨੇ। ਇੱਕ ਤਾਂ ਵੈਰਾਗ ਹੈ, ਦੂਜੀ ਨਿਮਰਤਾ ਹੈ। ਨਿਮਰਤਾ ਤਾਂ ਹੁਣ ਜਿਨ੍ਹਾਂ ਨੂੰ ਵਿਰਾਸਤ 'ਚ ਗਰੀਬੀ ਮਿਲੇ ਉਹਨਾਂ ਦੇ ਜੀਵਨ ਵਿੱਚ ਨਿਮਰਤਾ ਦਾ ਗੁਣ ਹੋਣਾ ਲਾਜ਼ਮੀ ਹੈ। ਜਿਹਨੂੰ ਵਿਰਾਸਤ 'ਚ ਅਮੀਰੀ ਮਿਲੇ, ਜਿਹਨੂੰ ਪਤਾ ਹੀ ਨਹੀਂ ਦੁੱਖ ਕੀ, ਪੈਸਾ ਕਿਵੇਂ ਬਣਦਾ ਹੈ, ਉਹ ਤਾਂ ਹਰ ਵੇਲੇ ਕਿਤੇ ਨਾ ਕਿਤੇ ਹੰਕਾਰ ਦੇ ਬੋਲ ਬੋਲਦੇ ਆ। ਉਹ ਤਾਂ ਕਈ ਵਾਰ ਲੰਗਰ ਦੇ ਬਾਹਰ ਖੜ ਕੇ ਹੀ ਮੁੜ ਜਾਂਦੇ ਆ ਵੀ ਇਹ ਲੰਗਰ ਤਾਂ ਜਿਨ੍ਹਾਂ ਕੋਲੇ ਕੁਛ ਨਹੀਂ ਉਹਨਾਂ ਲਈ ਆ, ਸਾਡੇ ਘਰ ਤਾਂ ਸਾਰਾ ਕੁਛ, ਅਸੀਂ ਕਿਉਂ ਛਕੀਏ। ਜਿਨ੍ਹਾਂ ਨੂੰ ਵਿਰਾਸਤ 'ਚ ਕਈ ਵਾਰ ਅਮੀਰੀ ਇਹੋ ਜਿਹੀ ਬਿਰਤੀ ਵਾਲੇ ਉਹ ਲੰਗਰ ਤੋਂ ਬਾਹਰ ਮੁੜ ਜਾਂਦੇ ਆ ਵੀ ਇੱਥੇ ਅਸੀਂ ਬਹਿ ਕੇ ਨਹੀਂ ਛਕ ਸਕਦੇ, ਜਦ ਕਿ ਉਹ ਲੰਗਰ ਹੈ ਜਿੱਥੇ ਕਦੇ ਅਕਬਰ ਬਾਦਸ਼ਾਹ ਬੈਠ ਕੇ ਛਕਦਾ ਰਿਹਾ। ਇਹ ਲੰਗਰ ਊਚ ਨੀਚ ਖਤਮ ਕਰਨ ਵਾਸਤੇ, ਇਹ ਲੰਗਰ ਜਾਤ ਪਾਤ ਖਤਮ ਕਰਨ ਵਾਸਤੇ, ਇਹ ਲੰਗਰ ਸਾਨੂੰ ਬਰਾਬਰਤਾ ਦਿਵਾਉਣ ਵਾਸਤੇ ਮਹਾਰਾਜ ਨੇ ਇਹ ਪਰੰਪਰਾ ਸ਼ੁਰੂ ਕੀਤੀ। ਤੇ ਅੱਜ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਵਿਰਾਸਤ 'ਚ ਗਰੀਬੀ ਮਿਲੀ। ਘਰ ਇੱਕ ਦੁਕਾਨ ਕਰਦੇ ਸੀ ਪਿਤਾ ਜੀ, ਉਹ ਵੀ ਸਾਰਾ ਕੁਝ ਖਤਮ ਹੋ ਗਿਆ। ਇੱਕ ਜਿਹਦੇ ਕੋਲੇ ਵਿਰਾਸਤ 'ਚ ਗਰੀਬੀ, ਉਹਦੇ ਕੋਲ ਨਿਮਰਤਾ ਹੋਏ। ਦੂਜਾ ਵਿਰਾਗ ਹੈ ਜਿਹਦੇ 7 ਸਾਲ ਦੀ ਉਮਰ ਤੱਕ ਮਾਂ ਵੀ ਚਲੀ ਜਾਏ, ਪਿਤਾ ਵੀ ਚਲਿਆ ਜਾਏ, ਦਰ ਦਰ ਤੇ ਠੋਕਰਾਂ ਖਾਣੀਆਂ ਪੈਣ, ਦਰ ਦਰ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣ। ਜਿਹੜੀ ਉਮਰ ਪੜ੍ਹਨ ਲਿਖਣ ਸਿੱਖਣ ਦੀ ਉਹ ਸਿਰ ਤੇ ਘੁੰਗਣੀਆਂ ਦੀ ਟੋਕਰੀ ਚੱਕ ਕੇ ਵੇਚਦਾ ਫਿਰ ਰਿਹਾ ਹੋਵੇ, ਉਹਦੇ ਜੀਵਨ 'ਚ ਵਿਰਾਗ ਕਿਵੇਂ ਨਾ ਆਵੇ। ਇਹ ਗੱਲਾਂ ਵਿਰਾਸਤ ਵਿੱਚ ਮਿਲੀਆਂ। ਨਿਮਰਤਾ, ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਬੜੀ ਭਗਤੀ ਹੈ ਉਹਨਾਂ ਦੀ। ਜਦੋਂ ਆਏ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਮਹਾਰਾਜ ਦੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਹੈ, ਸਾਰੇ ਸੰਸਾਰ ਵਿੱਚ ਜੈ ਜੈਕਾਰਾਂ ਹੋ ਰਹੀਆਂ। ਤੇ ਉਹ ਜੈ ਜੈਕਾਰ ਸੁਣ ਕੇ ਦਰਸ਼ਨਾਂ ਨੂੰ ਆਏ ਤੇ ਉਹਨਾਂ ਨੇ ਆਉਣ ਸਾਰ ਕਿਹਾ ਐਸੀ ਦਾੜੀ ਕੈਸ ਵਧਾਇਓ। ਐਡਾ ਵੱਡਾ ਦਾੜਾ ਗੁਰੂ ਰਾਮਦਾਸ ਪਾਤਸ਼ਾਹ ਦਾ, ਐਡੀ ਦਾੜੀ ਰਾਮਦਾਸ ਕਿਉਂ ਵਧਾਈ। ਤੇ ਹੁਣ ਵੈਸੇ ਤਾਂ ਇਹ ਗੱਲ ਕਹਿਣ ਵਾਲੀ ਵੀ ਨਹੀਂ ਸੀ, ਪਰ ਜੇ ਕਹਿ ਦਿੱਤੀ ਹੁਣ ਜਵਾਬ ਸੁਣਿਓ ਕੀ ਸੀ। ਨਿਮਰਤਾ, ਨਿਮਰਤਾ ਵਿੱਚ ਗੁਰੂ ਰਾਮਦਾਸ ਨੇ ਕਿਹਾ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਨਿਮਰਤਾ ਦੀ ਸਿਖਰ ਹੋ ਗਈ। ਤੇ ਬਾਬਾ ਸ਼੍ਰੀ ਚੰਦ ਨੇ ਕਿਹਾ ਰਾਮਦਾਸ ਬਾਬਾ ਲਹਿਣਾ ਜੀ, ਸਾਡਾ ਹੱਕ ਗੁਰਤਾ ਗੱਦੀ ਸਾਨੂੰ ਚਾਹੀਦੀ ਸੀ ਮਿਲਣੀ, ਪਰ ਉਹ ਹੁਕਮ ਮੰਨ ਕੇ ਲੈ ਗਏ। ਬਾਬਾ ਅਮਰਦਾਸ ਸੇਵਾ ਕਰਕੇ ਲੈ ਗਏ ਤੇ ਤੁਸੀਂ ਇਹ ਗੁਰਤਾ ਗੱਦੀ ਨਿਮਰਤਾ ਦੇ ਗੁਣ ਕਰਕੇ ਲੈ ਗਏ। ਇਹ ਨਿਮਰਤਾ ਸਾਡੇ ਕੋਲੇ ਨਹੀਂ। ਅਸੀਂ ਗੁਰੂ ਸਪੁੱਤਰ ਹਾਂ, ਸਾਨੂੰ ਤਾਂ ਵਿਰਾਸਤ ਵਿੱਚ ਮਿਲ ਜਾਣੀ ਆ, ਪਰ ਨਹੀਂ, ਇਹ ਦਾਤ ਤਾਂ ਉਹਨੂੰ ਹੀ ਮਿਲਦੀ ਆ ਜਿਹੜਾ ਇਸ ਦਾਤ ਦੇ ਲਾਇਕ ਹੋਵੇ। ਐਸੀ ਨਿਮਰਤਾ। ਮਹਾਰਾਜ ਕਦੇ ਸਿੱਖਾਂ ਨੂੰ ਮੱਥਾ ਟੇਕਣਾ ਸਿਖਾ ਰਿਹਾ। ਭਾਈ ਹੰਦਾਲ ਆਟਾ ਗੁੰਨ ਰਿਹਾ, ਗੁਰੂ ਰਾਮਦਾਸ ਮਹਾਰਾਜ 4 ਸਪੇਰੇ ਨਿਗਾਹ ਰੱਖਦੇ ਆ। ਮਹਾਰਾਜ ਤੁਰੇ ਜਾ ਰਹੇ, ਜਦੋਂ ਪੈਰਾਂ ਦੀ ਆਹਟ ਸੁਣੀ, ਭਾਈ ਹੰਦਾਲ ਨੇ ਦੂਰੋਂ ਵੇਖਿਆ ਮਹਾਰਾਜ ਆ ਰਿਹਾ, ਮੈਂ ਕਿਵੇਂ ਮੱਥਾ ਟੇਕਾਂ, ਆਟਾ ਗੁੰਨ ਰਿਹਾ, ਹੱਥ ਆਟੇ ਨਾਲ ਲਿਬੜਿਆ। ਮਹਾਰਾਜ ਨੇੜੇ ਆਏ, ਜੇ ਆਟੇ ਵਾਲੇ ਹੱਥ ਮਹਾਰਾਜ ਦੇ ਚਰਨਾਂ ਨੂੰ ਲਾਏ ਤੇ ਚਰਨਾਂ ਦੀ ਬੇਅਦਬੀ, ਜੇ ਜ਼ਮੀਨ ਤੇ ਹੱਥ ਲਾਏ ਤੇ ਗੁਰੂ ਕੇ ਲੰਗਰਾਂ ਦਾ ਆਟਾ, ਇਹਦੀ ਬੇਅਦਬੀ। ਜੇ ਮੈਂ ਮੱਥਾ ਨਾ ਝੁਕ ਕੇ ਟੇਕਿਆ ਫਿਰ ਤਾਂ ਸਾਰੀ ਬੇਅਦਬੀ ਹੋ ਜਾਏਗੀ ਨਾ। ਹੁਣ ਮੱਥਾ ਕਿਵੇਂ, ਹਲੇ ਸੋਚ ਰਿਹਾ, ਜਿਹੜੀ ਉਹ 4 ਕਦਮਾਂ ਦੀ ਦੂਰੀ ਸੀ ਉਹ ਵੀ ਖਤਮ ਹੋ ਗਈ। ਪਾਤਸ਼ਾਹ ਬਿਲਕੁਲ ਸਾਹਮਣੇ ਆ ਕੇ ਖੜ ਗਏ ਤੇ ਭਾਈ ਹੰਦਾਲ ਨੂੰ ਕੁਝ ਨਹੀਂ ਸੋਚਿਆ, ਉਹਨੇ ਦੋਵੇਂ ਹੱਥ ਪਿੱਛੇ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਮਹਾਰਾਜ ਬੜੇ ਖੁਸ਼ ਹੋਏ, ਸੀਨੇ ਨਾਲ ਲਾ ਕੇ ਕਹਿੰਦੇ ਭਾਈ ਹੰਦਾਲ ਮੱਥਾ ਜਿਵੇਂ ਮਰਜ਼ੀ ਟੇਕ ਲਾ, ਕੋਈ ਗੱਲ ਨਹੀਂ, ਬਸ ਮੈਂ ਜਿਸ ਹਿਰਦੇ 'ਚ ਬੈਠਣਾ ਉੱਥੇ ਕੋਈ ਵਿੰਗਵਾਜ ਨਾ ਹੋਵੇ। ਮੱਥਾ ਕੋਈ ਲੰਮਾ ਪੈ ਕੇ ਟੇਕ ਰਿਹਾ, ਕੋਈ ਲਕੀਰਾਂ ਕੱਢ ਰਿਹਾ, ਕੋਈ ਐਵੇਂ ਹੱਥ ਜੋੜ ਕੇ ਮੰਗ ਰਿਹਾ, ਕੋਈ ਕਿਵੇਂ, ਜਿਵੇਂ ਮਰਜ਼ੀ ਟੇਕ ਲਾ, ਪਰ ਮੱਥਾ ਭਾਈ ਹੰਦਾਲ ਦੀ ਤਰ੍ਹਾਂ ਗੁਰਸਿੱਖਾ ਟੇਕ ਕੇ ਵੇਖ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੂੰ ਲੰਗਰ 'ਚ ਸੇਵਾ ਨਹੀਂ ਕਰਨੀ, ਤੇਰਾ ਮੱਥਾ ਟੇਕਿਆ ਪ੍ਰਵਾਨ ਭਾਈ ਹੰਦਾਲ, ਆ ਤੈਨੂੰ ਸਿੱਖੀ ਦਾ ਪ੍ਰਚਾਰਕ ਬਣਾਵਾਂ, ਹੁਣ ਦੁਨੀਆ ਭਰ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ।
जिन्हां ने भावना नाल मत्था इवें मत्था टेकिया, क्योंकि तुद नूं निवण मन्नण तेरा नाम। मत्था टेकण दे अर्थ की आ? गुरु दे हुक्म नूं मन्नणा, गुरु दी रजा विच चलना, गुरु दे भाणे विच चलना। अज चलो बहुता समा इको सवैये दी व्याख्या ते लग गया। कल मैं कोशिश करांगा कि बहुता पक्ष इतिहास दा तुहाडे नाल साझा करां, क्योंकि एक एक वचन जिहड़ा भट्टां ने कहा बहुत गहर गंभीर बड़े भावपूर्त वचन ने। इवें कोई ना कोई सबब बनदा है कि जदों असीं रल मिल उन्हां कीमती वचनां दी सांझ पा सकदे हां। ते गुरुद्वारा प्रबंधक कमेटी दा भी तहे दिल तो धन्नवादी हां, ते तुसीं भी शुक्रगुजार उन्हां दे बणिओ ते धन्नवाद करिओ ਜਿਹੜੇ इदां दे महान गुरपुरबां ते सानूं जुड़ मिल बैठण दा अवसर बना के दिंदे आ। ते असीं गुरु चरनां 'च बैठ के जिथे गुरु प्यार दीआं बातां पाउने आ उत्थे सानूं गुरबाणी दे बड़े रहस, इतिहास दे बड़े जिहड़े रहस ने ਉਹ रल मिल गुरमत की रोशनी में साझे करने का समा बनता है। सो इन्नियां बेनतियां प्रवान करियो, तमाम भुलां चुकां दी खिमा देहो सजण असीसड़ियां जो होवे। साहिब सो मेल कल महाराज साहब का प्रकाश पुरब है, वड्डी गिणती च समय नाल पहुंचियो। शाम नूं फिर 4:15 तो 5:15 तक आपां रल मिल गुरु रामदास महाराज के चरण परसांगे। तद तक लई भुलां ते पड़दा पा के आखो जी वाहिगुरू जी का खालसा वाहिगुरू जी की फतेह।